ਅਸੀਂ ਮਿੱਟੀ ਦੀਆਂ ਢੇਰੀਆਂ ਨਹੀਂ ਬਣਨਾ ਵੀ ਅਸੀਂ ਆਪਣੀ ਮਰਜ਼ੀ ਕਰੀਏ। ਔਰ ਇੱਥੇ ਅਸੀਂ ਸੁਣਨ ਵਾਸਤੇ ਆਏ ਹਾਂ। ਦੋ ਹਵਾਲੇ ਦੇਣਾ ਚਾਹੁੰਦਾ ਹਾਂ ਸੁਣਨ ਦੇ ਵਾਸਤੇ। ਔਰ ਜਿਨ੍ਹਾਂ ਕੋਲ ਬਾਈਬਲਾਂ ਨੇ ਤੁਸੀਂ ਪੜ੍ਹ ਲਓ। ਜੇ ਤੁਹਾਡੇ ਕੋਲ ਜਲਦੀ ਹਵਾਲੇ ਕੱਢੇ ਜਾਂਦੇ ਨੇ। ਔਰ ਪਹਿਲਾ ਹਵਾਲਾ ਹੈ ਕੂਚ 15:26। ਪਹਿਲਾ ਹਵਾਲਾ ਹੈ ਕੂਚ 15:26। ਮੈਂ ਅਸਲ 'ਚ ਮੂੰਹ ਤੋਂ ਥੋੜਾ ਲਾਂਭੇ ਕਰਕੇ ਬੋਲਦਾ ਹਾਂ ਮੈਂ ਵਿੱਚ, क्योंकि किसी को समझ आता। और उसने क्या? हाँ जी पढ़ा। और उसने आख्या जे तुसी रीझ नाल यहोवा अपने परमेश्वर दी ਅਸੀਂ ਪੜ੍ਹਦੇ ਹਾਂ ਜੇ ਤੁਸੀਂ ਰੀਝ ਨਾਲ ਆਪਣੇ ਯਹੋਵਾ ਪਰਮੇਸ਼ਵਰ ਦੀ ਆਵਾਜ਼ ਸੁਣੋਗੇ। और जेड़ा उस दियां अखां विच भला ਜਿਹੜਾ है ਉਸ ਦੀਆਂ ਅੱਖਾਂ ਵਿੱਚ भला है तुसी ਉਹ ਕਰੋਗੇ ਉਹ ਤੁਸੀਂ ਉਹ ਕਰੋਗੇ और उस दे हुक्मां उत्ते कान ਤੇ लाओगे ਉਹਦੇ ਹੁਕਮਾਂ ਉੱਤੇ ਕੰਨ ਲਾਓਗੇ। और उस दियां सारियां विधियां नु मनोगे। ਹਾਂਜੀ ਤਾਂ ਜਿਹੜੀਆਂ ਬਿਮਾਰੀਆਂ ਮੈਂ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਨੇ ਉਹ ਤੁਹਾਡੇ ਉੱਤੇ ਨਹੀਂ ਪਾਵਾਂਗੇ। ਵਾਅਦਾ ਹੈ ਸਾਡੇ ਯਹੋਵਾ ਪਰਮੇਸ਼ਰ ਦਾ ਜੋ ਮੂਸਾ ਦੇ ਵਿੱਚੋਂ ਦੀ ਬੋਲ ਰਿਹਾ ਸੀ। ਔਰ ਮਿਸਰੀਆਂ ਦੇ ਉੱਤੇ ਕਿਹੜੀਆਂ ਬਿਮਾਰੀਆਂ ਪਈਆਂ ਮੈਂ ਉੱਧਰ ਨਹੀਂ ਜਾਣਾ ਚਾਹੁੰਦਾ। ਪਰ ਮੈਂ ਇਸ ਪੱਖ ਤੋਂ ਪੁੱਛਣਾ ਚਾਹੁੰਦਾ ਜਾਂ ਦੱਸਣਾ ਚਾਹੁੰਦਾ ਵਾਂ ਕਿ ਜਿਨ੍ਹਾਂ ਨੇ ਰੀਝ ਨਾਲ ਵਚਨ ਸੁਣਿਆ ਉਹਨਾਂ ਦੀਆਂ ਬਿਮਾਰੀਆਂ ਉਹਨਾਂ ਦੇ ਸਰੀਰ ਚੋਂ ਨਿਕਲ ਗਈਆਂ। दूसरा वाला है भविष्य 28 की पहली आयत। और ये 2-3 आयतां ने ਜਿਹੜੀਆਂ ਸੁਣਨ ਵਾਲਿਆਂ ਨੂੰ ਬੰਨਣੀਆਂ ਪੈਂਦਾ, ਮਤਲਬ ਬੰਨ ਪਾਉਣਾ ਪੈਂਦਾ ਹੈ ਵੀ ਉਹ ਕਿਸ ਤਰ੍ਹਾਂ ਸੁਣਨਗੇ ਜੀ। ਪਾਇਲਾ ਲਈ ਨਾ ਪੜੇ ਬੋਲ ਪੜੋ। ਤਾਂ ਇਸ ਤਰ੍ਹਾਂ ਹੋਵੇਗਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋਗੇ ਉਸਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ ਜਿੱਦਾਂ ਦਾ ਮੈਂ ਅੱਜ ਹੁਕਮ ਦਿੰਦਾ ਹਾਂ। ਹਾਂਜੀ ਤਾਂ ਯਹੋਵਾ ਤੁਹਾਡਾ ਪਰਮੇਸ਼ਰ ਹਾਂਜੀ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਹੱਥ ਉਠਾ ਕੇ ਆਖੋ ਕਰੇਗਾ। तो ਅਸੀਂ ਇਹ ਦੋ ਆਇਤਾਂ ਲਈਆਂ ਨੇ ਸਿਰਫ ਇੱਕ ਸੰਦੇਸ਼ ਨੂੰ ਸ਼ੁਰੂ ਕਰਨ ਦੇ ਲਈ। तो मैं ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਚਰਚਾਂ ਵਿੱਚ ਇਸ ਤਰ੍ਹਾਂ ਹੁੰਦਾ ਕਿ ਲੋਕ ਕਦੇ ਐਨੂੰ ਵੇਖਦੇ ਨੇ ਕਦੇ ਐਨੂੰ ਵੇਖਦੇ ਨੇ ਕਿ ਮੈਂ ਕਿਉਂਕਿ ਇੱਕ ਸੇਵਕ ਜਿਹੜਾ ਉਹ ਚੌਂਕ ਵਿੱਚ ਖਲੋਤਾ ਹੋਇਆ ਸਿਪਾਹੀ ਹੁੰਦਾ ਹੈ। ਅਗਰ ਉਹਦਾ ਧਿਆਨ ਇੱਧਰ ਉੱਧਰ ਹੋ ਜਾਵੇ ਤੇ ਕੀ ਹੋ ਜਾਣਗੇ? ਐਕਸੀਡੈਂਟ ਹੋ ਜਾਣਗੇ। ਔਰ ਜੇ ਇੱਕ ਸੇਵਕ ਧਿਆਨ ਨਹੀਂ ਰੱਖਦਾ ਭਾਈ ਕਿਸ ਤਰ੍ਹਾਂ ਸੁਣ ਰਹੇ ਆ, ਭੈਣਾਂ ਕਿਸ ਤਰ੍ਹਾਂ ਸੁਣ ਰਹੀਆਂ ਨੇ, ਤੇ ਫਿਰ ਐਕਸੀਡੈਂਟ ਹੋ ਸਕਦੀ ਨੇ। ਇਸ ਕਰਕੇ ਕਿਸੇ ਨੇ ਸਿਰ ਨਹੀਂ ਘੁਮਾਉਣਾ, ਨਾ ਇੱਧਰ ਨਾ ਉੱਧਰ। ਕੀ ਸੁਣਨਾ ਹੈ? ਪ੍ਰਭੂ ਦਾ ਵਚਨ ਸੁਣਨਾ। ਤੇ ਕਿਸ ਤਰ੍ਹਾਂ ਸੁਣਨਾ ਹੈ? ਰੀਝ ਨਾਲ ਸੁਣਨਾ ਹੈ। ਫਿਰ ਕਿਸ ਤਰ੍ਹਾਂ ਸੁਣਨਾ ਹੈ? ਮਨ ਲਾ ਕੇ ਸੁਣਨਾ ਹੈ। ਔਰ ਜਦੋਂ ਤੁਸੀਂ ਸੁਣੋਗੇ ਤੇ ਬਹੁਤ ਖੁਸ਼ੀ ਹੋਵੇਗੀ। ਭਾਈ ਸਲਾਮਤ ਜੀ ਮੈਨੂੰ ਕਹਿ ਰਹੇ ਸੀ ਪਾਸਰੇ ਮਾਨੰਦ ਦੇ ਚਰਚ ਵਿੱਚ ਬੰਦਗੀ ਨਾ ਕਰ ਲਈਏ। ਮੈਂ ਕਿਹਾ ਭਾਗਾਂ ਵਾਲੀ ਗੱਲ। ਕਿਹੜੀ ਗੱਲ ਹੈ? ਬੋਲਾ ਭਾਗਾਂ ਵਾਲੀ ਗੱਲ। ਜਿਹੜੀ ਗੱਲ ਭਾਗਾਂ ਵਾਲੀ ਆ ਉਹਨੂੰ ਅਸੀਂ ਇਨਕਾਰ ਕਰ ਨਹੀਂ ਸਕਦੇ। ਪ੍ਰਭੂ ਬਹੁਤ ਵੱਡੀ ਗੱਲ ਕਰਦਾ। ਤੋ ਅੱਜ ਦਾ ਸੰਦੇਸ਼ ਹੈ ਜਿਹੜਾ ਯਹੋਵਾ ਨੇ ਇੱਕ ਰਾਹ ਬਣਾਇਆ ਸਾਡੇ ਲਈ। ਨਬੀ ਨੇ ਇਹਨੂੰ ਬਿਆਨ ਕੀਤਾ ਹੈ। ਰਾਹ ਕਿੱਧਰ ਨੂੰ ਹੈ? ਰਾਹ ਕਿੱਧਰ ਨੂੰ ਹੈ? ਧਰਤੀ ਦੇ ਉੱਤੇ ਇੱਧਰ ਉੱਧਰ ਖਿਲਰੇ ਰਾਵਾਂ ਦੀ ਮੈਂ ਨਹੀਂ ਗੱਲ ਕਰਦਾ।
ਜਿਹੜੇ ਰਾਹ ਕੋਈ ਚੰਡੀਗੜ੍ਹ ਨੂੰ ਜਾਂਦਾ, ਕੋਈ ਅੰਮ੍ਰਿਤਸਰ ਨੂੰ ਜਾਂਦਾ, ਕੋਈ ਖੰਨੇ ਨੂੰ ਜਾਂਦਾ, ਕੋਈ ਜੰਮੂ ਨੂੰ ਜਾਂਦਾ, ਮੈਂ ਇਹਨਾਂ ਰਾਹਾਂ ਦੀ ਗੱਲ ਨਹੀਂ ਕਰਦਾ। ਰਸਤਾ ਹੈ ਕਿ ਸਵਰਗ ਨੂੰ ਕੋਈ ਨਹੀਂ ਚੜਿਆ, ਪਰ ਉਹ ਜਿਹੜਾ ਸਵਰਗ ਤੋਂ ਉਤਰਿਆ, ਅਰਥਾਤ ਮਨੁੱਖ ਦਾ ਪੁੱਤਰ। ਇਹ ਰਸਤਾ ਹੈ। ਇਸ ਰਸਤੇ ਥਾਣੀ ਸਾਡਾ ਯਹੋਵਾ ਪਰਮੇਸ਼ਰ ਥੱਲੇ ਆਇਆ ਹੈ। ਕਿੱਥੋਂ ਆਇਆ ਹੈ? ਹੱਥ ਉਠਾ ਕੇ ਆਖਾਂਗੇ ਉੱਪਰੋਂ ਥੱਲੇ ਆਇਆ ਹੈ। ਜਦ ਉੱਪਰ ਸੀ ਔਰ ਉਹ ਮਨੁੱਖ ਨਹੀਂ ਸੀ, ਔਰ ਜਦੋਂ ਥੱਲੇ ਆਇਆ ਤੇ ਤਾਲੀਆਂ ਵਜਾ ਕੇ ਆਖਾਂਗੇ ਔਰ ਜਦੋਂ ਮਨੁੱਖ ਨਹੀਂ ਬਣਦਾ ਤੇ ਮੇਰੇ ਤੇ ਤੁਹਾਡੇ ਪਾਪਾਂ ਦੀ ਮਾਫੀ ਕਦੇ ਵੀ ਹੋ ਨਹੀਂ ਸੀ ਸਕਦੀ, ਕਿਉਂਕਿ ਮੇਰੇ ਅਤੇ ਤੁਹਾਡੇ ਪਾਪਾਂ ਦੇ ਲਈ ਪਾਕ ਲਹੂ ਬਹਾਇਆ ਜਾਣਾ ਜ਼ਰੂਰੀ ਸੀ। ਇਹਦੀ ਸਮਝ ਕਿਹਨੂੰ ਆਈ ਆ? ਇਹਦੀ ਸਮਝ ਕੈਨ ਨੂੰ, ਸੱਪ ਦੇ ਬੱਚੇ ਨੂੰ ਨਹੀਂ ਆਈ। ਹੱਥ ਉਠਾਵਾਂਗੇ, ਆਦਮ ਦੇ ਬੱਚੇ ਨੂੰ ਸਮਝ ਆਈ ਆ, ਜਿਹਦਾ ਨਾਮ ਹਾਬਿਲ ਹੈ, ਔਰ ਉਹਨੂੰ ਸਮਝ ਆਈ ਹੈ। ਅੱਜ ਇਸ ਸੰਦੇਸ਼ ਦੀ ਬਹੁਤ ਸਾਰੇ ਲੋਕਾਂ ਨੂੰ ਸੰਦੇਸ਼ ਦੀ ਸਮਝ ਨਹੀਂ ਆਏਗੀ। ਬਹੁਤ ਸਾਰੇ ਲੋਕਾਂ ਨੂੰ ਇਸ ਸੰਦੇਸ਼ ਦੀ ਕੀ ਨਹੀਂ ਆਏਗੀ? ਸਮਝ ਨਹੀਂ ਆਏਗੀ, ਪਰ ਚੁਣਿਆ ਹੋਇਆ ਨੂੰ ਇਹਦੀ ਸਮਝ ਆ ਜਾਏਗੀ। ਮੈਂ ਆਪਣੇ ਸੇਵਕ ਨਾਲ 35 ਸਾਲ ਗੁਜ਼ਾਰੇ, ਜਿਹਦੇ ਤੋਂ ਮੈਂ ਸਿੱਖਿਆ, ਜਿਹਦੇ ਨਾਲ ਮੈਂ ਚੱਲਿਆ, ਜਿਹਦੇ ਕੋਲੋਂ ਮੈਂ ਝਿੜਕਾਂ ਖਾਧੀਆਂ, ਜਿਹਨੂੰ ਮੈਂ ਆਪਣੇ ਮੋਟਰਸਾਈਕਲ ਤੇ ਲਈ ਫਿਰਦਾ ਸੀ, ਉਹਦੇ ਨਾਲ ਮੈਂ 35 ਸਾਲ ਗੁਜ਼ਾਰੇ। 10 ਸਾਲ CPM ਵਿੱਚ ਉਹਦੇ ਨਾਲ ਗੁਜ਼ਾਰੇ, ਔਰ ਬਾਕੀ ਦਾ ਸਮਾਂ ਇਸ ਮੈਸੇਜ ਦੇ ਅੰਦਰ ਉਹਦੇ ਨਾਲ ਗੁਜ਼ਾਰਿਆ। ਖੁਦਾ ਬਹੁਤ ਵੱਡੀ ਬਰਕਤ ਹੋਵੇ। ਅੱਜ ਵੀ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਸ਼ਾਖ ਫੁੱਟੀ ਆ। 2 ਸ਼ਾਖਾਂ ਸਨ। ਪਾਸ ਸੈਮਸਨ, ਜਦੋਂ ਮੈਂ ਉਹਨਾਂ ਨੂੰ ਬਪਤਿਸਮਾ ਦਿੱਤਾ ਸੀ, ਉਹ ਤੂਫਾਨ ਆ ਗਿਆ ਸੀ ਤਿੱਬੜ ਪੁਲ ਦੇ ਉੱਤੇ। ਮੈਨੂੰ ਕਹਿੰਦੇ, ਭਾਈ ਤੁਸੀਂ ਬਹੁਤ ਤੂਫਾਨ ਆ ਗਿਆ। ਮੈਂ ਕਿਹਾ ਜੀ ਤੁਹਾਡੇ ਲਈ ਇਹ ਤੂਫਾਨ ਤੁਹਾਡੇ ਲਈ ਆ। ਅੱਜ ਤੋਂ ਤੁਹਾਨੂੰ ਇਹਨਾਂ ਤੂਫਾਨਾਂ ਦਾ ਸਾਹਮਣਾ ਕਰਨਾ ਪਵੇਗਾ। तो मेरे आज जो वो सारी जिंदगी जिन्ना चिर जिंदे रहे ने, एक तो उन्होंने मैसेज नाल उन्होंने गल नहीं बनी। क्यों? वो कुवारियां दी सेवा विच सीगे और ये बंदा मैसेज दी सेवा च आ गया। हालेलुया। जे कदे जोड़ा सावा हो जाता तो बहुत चंगा सी, पर जे नहीं होया तो हिसाब कल्ले कल्ले ने देना है। इस करके दूसरी शाख एक उन्हां दा छोटा पुत्र आ डेविड सन और उन्होंने नेड़े तो होके देखा, खास करके उन्होंने मिसिस नूं नेड़े तो होके देखा, और वो DAV कॉलेज मैडिकल कॉलेज की प्रिंसीपल आ, लेकिन इस वचन की गलियां च जाती, इस वचन के प्रिंसीपल होके वो इस वचन के वास्ते गलियां च जाती आ भी आओ तुहाडे लागे असीं चर्च बनाया, तुसीं उत्थे आओ। मेरे अजीजो, एक ऐसा रास्ता है जिहड़ा सौखा नहीं है, कठिन रास्ता है। हालेलुया। प्रभु बहुत वड्डी बरकत होवे। लिखिया स्वर्ग नूं कोई नहीं चढ़िया, बल्कि वो जिहड़ा स्वर्ग तो उतरिया, अर्थात मनुष्य
ਦਾ ਪੁੱਤਰ। ਅਰਥਾਤ ਦਾ ਮਤਲਬ ਕੀ ਹੁੰਦਾ? ਜਿਹਦਾ ਅਰਥ ਹੈ ਮਨੁੱਖ ਦਾ ਪੁੱਤਰ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਮਨੁੱਖ ਦੇ ਪੁੱਤਰ ਨੇ ਕੀ ਆਖਿਆ ਹੈ? ਪੜਾਂਗੇ ਯਹੋਨਾ 14:6 ਨੂੰ। ਯਹੋਨਾ 14:6 ਨੂੰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ ਕਿ ਉਸਨੇ ਕੀ ਕਿਹਾ ਹੈ। ਯੀਸ਼ੂ ਨੇ ਉਹਨੂੰ ਆਖਿਆ, ਹਾਂਜੀ, ਰਾਹ ਅਤੇ ਸਚਾਈ ਯੀਸ਼ੂ ਨੇ ਉਹਨੂੰ ਆਖਿਆ, ਰਾਹ ਅਤੇ ਸਚਾਈ ਅਤੇ ਜੀਵਨ ਮੈਂ ਹਾਂ। ਅਤੇ ਜੀਵਨ ਮੈਂ ਹਾਂ। ਰਾਹ ਅਤੇ ਸਚਾਈ ਅਤੇ ਜੀਵਨ ਮੈਂ ਹਾਂ। ਹਾਲੇਲੂਇਆ। ਰਸਤਾ ਸ਼ੁਰੂ ਹੁੰਦਾ ਹੈ ਔਰ ਇਸ ਰਾਹ ਦੇ ਉੱਤੇ ਜਾਣ ਵਾਲੇ ਜਿਹੜੇ ਨੇ, ਤੁਰਨ ਵਾਲੇ ਜਿਹੜੇ ਨੇ, ਉਹ ਸੌਖੇ ਸੌਖੇ ਚੱਲ ਨਹੀਂ ਸਕਦੇ, ਬੜੀਆਂ ਮੁਸ਼ਕਲਾਂ ਹੋਣਗੀਆਂ। ਮੈਂ ਸ਼ੁਰੂ ਸੇਵਾ ਦੇ ਵਿੱਚ ਆਪਣੀ ਢੋਲਕ ਆਪਣੇ ਸਾਈਕਲ ਦੇ ਮਗਰ ਬੰਨ੍ਹ ਕੇ ਤੇ ਪਿੰਡਾਂ ਵਿੱਚ ਜਾਂਦਾ ਸੀ। ਔਰ ਮੈਂ ਇੱਕ ਪਿੰਡ ਵਿੱਚ ਚਲੇ ਗਿਆ ਔਰ ਉਹ ਪਿੰਡ ਹੈ ਬੱਬਰੀ ਤੋਂ ਥੱਲੇ, ਔਰ ਉਸ ਦਾ ਨਾਮ ਹੈ ਭੁੱਲ ਰਿਹਾ ਹਾਂ। ਬੱਬਰੀ ਤੋਂ ਥੱਲੇ ਪਿੰਡ ਹੈ, ਹਾਂਜੀ। ਉਸ ਪਿੰਡ ਵਿੱਚ ਦੁਪਹਿਰ ਦੇ 2 ਵਜੇ ਸੀ, ਜੂਨ ਦਾ ਮਹੀਨਾ ਸੀ। ਮੈਂ ਟੁੱਪੀਆਂ ਨਾਲ ਗਾ ਰਿਹਾ ਸੀ, ਟੁੱਪੀਆਂ ਨਾਲ ਗਾ ਰਿਹਾ ਸੀ, ਬੰਦਿਆ ਜਪ ਲੈ ਯੀਸ਼ੂ ਜੀ ਦਾ ਨਾਮ ਸ਼ੁੱਧ ਹੋਵੇ। ਮੈਨੂੰ ਉਹਨਾਂ ਦਿਨਾਂ ਵਿੱਚ ਲੋਕ ਇਕੱਠੇ ਕਰਨੇ ਪੈਂਦੇ ਸੀ। ਹੁਣ ਤੇ ਬਹੁਤ ਲੋਕ ਨੇ, ਉਹਨਾਂ ਦਿਨਾਂ 'ਚ ਲੋਕ ਇਕੱਠੇ ਕਰਨੇ ਪੈਂਦੇ ਸੀ ਜਿਨ੍ਹਾਂ ਨੂੰ ਵਚਨ ਸੁਣਾਉਣਾ ਪੈਂਦਾ ਸੀ। ਇੱਕ ਭੈਣ ਜੀ ਕਿੱਕਰ ਦੀ ਛਾਵੇਂ ਖਲੋਤੇ ਹੋਏ ਸਨ, ਮਾਫ ਕਰਨਾ, ਲੰਮੇ ਪਏ ਹੋਏ ਸਨ। ਔਰ ਜਦੋਂ ਮੈਂ ਗਾ ਰਿਹਾ ਸੀ, ਉੱਠ ਕੇ ਬਹਿ ਗਈ। ਮੈਂ ਕਿੱਕਰ ਦੀ ਛਾਵੇਂ ਨਹੀਂ ਸੀ ਜਾ ਸਕਦਾ, ਕਿਉਂਕਿ ਵਚਨ ਸੁਣਾਉਣ ਦਾ, ਵਚਨ ਬੋਲਣ ਦਾ ਧਿਆਨ ਰੱਖਣਾ ਪੈਂਦਾ ਹੈ। ਮੈਂ ਛੇਤੀ ਨਾਲ ਉਸ ਕਿੱਕਰ ਦੇ ਥੱਲੇ ਚਲੇ ਜਾਂਦਾ ਤੇ ਉਹ ਬੀਬੀ ਭੈਣ ਕਹਿੰਦੀ, ਕਿੱਧਰ ਭਾਈ ਤੂੰ ਤੁਰਿਆ ਆਉਂਦਾ ਵਾ? ਤੇ ਮੇਰੇ ਪੱਲੇ ਕੁਛ ਨਹੀਂ ਸੀ ਰਿਹਾ। ਇਸ ਕਰਕੇ ਉਹਦੇ ਨਾਲੋਂ ਧੁੱਪੇ ਖਲੋਣਾ ਮੇਰੇ ਲਈ ਚੰਗਾ ਸੀ। ਔਰ ਉੱਠ ਕੇ ਕਹਿਣ ਲੱਗੀ, ਭਾਈ ਜੀ ਇੱਕ ਵਾਰੀ ਹੋਰ ਸੁਣਾ ਦਿਓ, ਇਹੋ ਹੀ ਭਜਨ ਇੱਕ ਵਾਰੀ ਹੋਰ ਸੁਣਾ ਦਿਓ। ਮੈਂ ਕਿਹਾ ਠੀਕ ਹੈ ਭੈਣ ਜੀ, ਮੈਂ ਹੋਰ ਇੱਕ ਵਾਰੀ ਗਾ ਲੈਂਦਾ। ਔਰ ਉਹਨੇ ਚਿਰ ਨੂੰ ਸਿੱਧਮਤ ਮੀਠਾ, ਉਸ ਪਿੰਡ ਦਾ ਨਾਮ ਹੈ, ਕੈਥੋਲਿਕ ਦਾ ਮੌਲਵੀ ਸਾਹਿਬ ਆ ਗਿਆ। ਕਹਿੰਦਾ, ਤੈਨੂੰ ਕਿਹਨੇ ਘੱਲਿਆ ਸਾਡੇ ਪਿੰਡ 'ਚ? ਮੈਂ ਕਿਹਾ ਯਿਸੂ ਮਸੀਹ ਨੇ ਕਰ ਦਿੱਤਾ। ਉਹਨੇ ਕਿਸ ਤਰ੍ਹਾਂ ਕਰ ਦਿੱਤਾ? ਮੈਂ ਕਿਹਾ ਉਹਨੇ ਕਿਹਾ, ਸਾਰੇ ਜਗਤ ਵਿੱਚ ਜਾਓ ਤੇ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਤੇ ਤੁਹਾਡਾ ਪਿੰਡ ਜਗਤ ਵਿੱਚ ਆਉਂਦਾ, ਇਸ ਕਰਕੇ ਮੈਂ ਆ ਗਿਆ। ਕਹਿੰਦਾ ਕਿ ਨਹੀਂ, ਤੂੰ ਸਾਡੇ ਲੋਕਾਂ ਨੂੰ ਪਿੱਛੇ ਲਾਉਣ ਆਇਆ। ਮੈਂ ਕਿਹਾ ਜਦੋਂ ਮੈਂ ਜਾਵਾਂਗਾ, ਜਿੰਨੇ ਮੇਰੇ ਪਿੱਛੇ ਹੋਣਗੇ ਮੋੜ ਲਈ ਉਹਨਾਂ ਨੂੰ ਵਾਪਸ। ਯਾਦ ਰੱਖੋ, ਮੈਂ ਇੱਕ ਗੱਲ ਤੁਹਾਨੂੰ ਕਹਿਣਾ, ਡਰਾਕਲ ਪ੍ਰਚਾਰ ਨਹੀਂ ਕਰ ਸਕਦੇ। ਜਿਹੜੇ ਡਰਾਕਲ ਨੇ ਨਾ, ਇਹ ਪ੍ਰਚਾਰ ਨਹੀਂ ਕਰ ਸਕਦੇ, ਕਿਉਂਕਿ ਜਿਹੜੇ ਪਹਿਲਾਂ ਹੀ ਡਰੇ ਹੋਏ ਨੇ ਵੀ ਮੈਨੂੰ ਪਤਾ ਨਹੀਂ ਕਿਸੇ ਨੇ ਕੀ ਕਹਿਣਾ, ਉਹਨਾਂ ਨੇ ਪ੍ਰਚਾਰ ਕਾਹਦਾ ਕਰਨਾ? ਇਹ ਪ੍ਰਚਾਰ ਉਹ ਕਰ ਸਕਦੇ ਨੇ ਜਿਨ੍ਹਾਂ ਨੇ ਮਾਰ ਖਾਣ ਲਈ ਪਹਿਲਾਂ ਹੀ। ਖੁਦਾ ਬਰਕਤ ਦੇਵੇ। ਮੈਂ ਕਿਹਾ ਜੀ ਜਦੋਂ ਮੈਂ ਜਾਵਾਂਗਾ, ਜਿੰਨੇ ਮੇਰੇ ਮਗਰ ਜਾਣਗੇ ਉਹਨਾਂ ਨੂੰ ਤੁਸੀਂ ਮੋੜ ਕੇ ਲਾਇਓ। ਆਂਦਾ ਤੈਨੂੰ ਬੰਨ ਕੇ ਨਾ ਤੇ ਧੁੱਪੇ ਸੁੱਟਣਾ, ਉਹਨਾਂ ਚ 3 ਵੱਜ ਗਏ ਉਸ। ਮੈਂ ਕਿਹਾ ਰੱਸਾ ਲੈ ਕੇ ਆ ਕਰ ਜਾ, ਰੱਸਾ ਲੈ ਕੇ ਆਪਣੇ ਘਰੋਂ ਮੈਂ ਇੱਥੇ ਖਲੋਤਾ ਹੋਇਆ, ਬੰਨ ਔਰ ਮੈਨੂੰ ਸੁੱਟ। ਉਹਨੇ ਤੈਨੂੰ ਹੋਰ ਲੋਕ ਇਕੱਠੇ। ਪੌਲਸ ਇਸੇ ਤਰ੍ਹਾਂ ਕਰਦਾ ਸੀ। ਜਦ ਉਹ ਪ੍ਰਚਾਰ ਕਰਦਾ ਸੀ, ਕੁਝ ਉਹਦੇ ਵਿਰੋਧ ਵਿੱਚ ਹੋ ਜਾਂਦੇ ਸੀ, ਤਾਲੀਆਂ ਵਜਾਵਾਂਗੇ, ਕੁਝ ਉਹਦੇ ਹੱਥ ਵਿੱਚ ਹੋ ਜਾਂਦੇ ਸੀ। ਭਾਈ ਭੈਣੋ, ਡਰਾਕਲ ਨਾ ਬਣੋ ਕਿ ਮੈਂ ਉਸ ਪਿੰਡ ਵਿੱਚ ਨਹੀਂ ਜਾ ਸਕਦਾ। ਜਾਓ,
ਜੇ ਸੇਵਕ ਜੇ ਤੇ ਆਪਣੇ ਪਿੰਡਾਂ ਵਿੱਚ ਜਾਓ, ਲਾਗੇ ਜਿੱਥੇ ਤੁਹਾਨੂੰ ਸੇਵਾ ਦਿੱਤੀ ਹੋਈ ਆ, ਪਹੁੰਚ ਜਾਓ, ਖੁਦਾ ਤੁਹਾਡੇ ਨਾਲ ਹੋਵੇਗਾ। ਹਾਲੇਲੂਇਆ। ਇਹਦਾ ਤੈਨੂੰ ਕੁਝ ਆਉਂਦਾ ਵੀ ਆ? ਮੈਂ ਜੋ ਆਉਂਦਾ ਮੈਂ ਸੁਣਾਉਣ ਡਿਆ। ਇਹਦਾ ਦਾਨੀਏਲ ਸ਼ੇਰਾਂ ਦੇ ਭੋਰੇ ਵਿੱਚ ਕਿੰਨੀਆਂ ਰਾਤਾਂ ਰਿਹਾ ਸੀ? ਮੈਂ ਤੈਨੂੰ ਇਕੱਲੇ ਨੂੰ ਕਿਉਂ ਸੁਣਾਵਾਂ? ਮੈਂ ਤੈਨੂੰ ਇਕੱਲੇ ਨੂੰ ਕਿਉਂ ਸੁਣਾਵਾਂ? ਇੱਕ ਉੱਥੇ ਮੁੱਢ ਜਾ ਸੀਗਾ, ਕਿਸੇ ਰੁੱਖ ਦਾ ਵੱਡਾ ਹੋਇਆ, ਮੈਂ ਉਹਦੇ ਉੱਤੇ ਖਲੋ ਗਿਆ, ਮੈਂ ਪੜ੍ਹਨਾ ਸ਼ੁਰੂ ਕੀਤਾ। ਉਹ ਬੰਦਾ ਕਹਿੰਦਾ ਕਿ ਭੱਜ ਕੇ ਮੇਰੀ ਬਾਈਬਲ ਲੈ ਕੇ ਆਓ। ਉਹਨਾਂ ਦੀ ਬਾਈਬਲ ਵਿੱਚ 2 ਰਾਤਾਂ ਮਤਲਬ ਦਾਨੀਏਲ ਰਿਹਾ ਵਾ, 2 ਰਾਤਾਂ ਸ਼ੇਰਾਂ ਚ। ਯਾਦ ਰੱਖੋ, ਜਿਹੜਾ ਅਸਲੀ ਬੀਜ ਹੈ, ਇਤਰਾਤ ਹੈ। ਇਸ ਕਰਕੇ ਮੇਰੇ ਅਜ਼ੀਜ਼ੋ, ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਹੋਵੇ। ਹੁਣ ਅਸੀਂ ਇਸ ਰਸਤੇ ਨੂੰ ਜਿਹਦੇ ਉੱਤੇ ਅਸਾਂ ਚੱਲਣਾ ਹੈ, ਜੇ ਅਸੀਂ ਚੱਲਾਂਗੇ ਤੇ ਕਲੀਸਿਆ ਵੀ ਚੱਲੇਗੀ। ਮੈਂ ਇਹਨਾਂ ਦਿਨਾਂ 'ਚ ਸਿਖਾਇਆ ਵਾ, ਪਾਸਟਰ ਨੇ ਤੁਹਾਨੂੰ ਨਹੀਂ ਜੇ ਬਚਾਉਣਾ, ਪਾਸਟਰ ਨੇ ਤੁਹਾਨੂੰ ਨਹੀਂ ਜੇ ਬਚਾਉਣਾ। ਜੇ ਬਚਾਵੇਗਾ ਤੇ ਡਬਲ ਤਾਲੀਆਂ ਵਜਾਓ ਖੁਦਾ ਦਾ। ਇਹ ਪਾਸਟਰ ਜੀ ਜਿਹੜੇ ਸ਼ਾਮ ਨੂੰ ਨਿਕਲਦੇ ਨੇ ਤੇ ਡਰਦੇ ਨੇ, ਇਸ ਤਰ੍ਹਾਂ ਨਹੀਂ ਹੋਣਾ। ਇਸ ਵਚਨ ਨਾਲ ਖਲੋਣਾ ਪੈਣਾ। ਡੈਨੀਅਲ ਕਿਹਦੇ ਨਾਲ ਖਲੋਤਾ ਹੋਇਆ ਸੀ? ਡੈਨੀਅਲ ਵਚਨ ਨਾਲ ਖਲੋਤਾ ਹੋਇਆ ਸੀਗਾ। ਔਰ ਜੇ ਮੈਂ ਤੇ ਤੁਸਾਂ ਸਵਰਗੀ ਰਾਹ ਦੇ ਉੱਤੇ ਜਾਣਾ ਹੈ ਤੇ ਫਿਰ ਮੈਨੂੰ ਤੇ ਤੁਹਾਨੂੰ ਵੀ ਇਸ ਵਚਨ ਦੇ ਨਾਲ ਖੜੇ ਹੋਣਾ ਪੈਣਾ ਹੈ। ਜੇ ਵਚਨ ਦੇ ਨਾਲ ਅਸੀਂ ਖੜੇ ਨਹੀਂ ਤੇ ਫਿਰ ਬੜੀਆਂ ਮੁਸ਼ਕਲਾਂ ਹੋ ਜਾਣਗੀਆਂ। ਆਓ ਅਸੀਂ ਪੜਾਂਗੇ, ਇਸ ਰਾਹ ਦੇ ਉੱਤੇ ਜਾਣ ਵਾਲੇ ਜਿਹੜੇ ਨੇ ਉਹ ਕਦੇ ਡਰੇ ਨਹੀਂ, ਕਦੇ ਉਹ ਪਿੱਛੇ ਨਹੀਂ ਹਟੇ, ਉਹਨਾਂ ਨੇ ਕਦੇ ਪਿਛਾਂਹ ਮੁੜ ਕੇ ਨਹੀਂ ਵੇਖਿਆ। ਜਦੋਂ ਇਸ ਕੋਹਾ 'ਚ ਪਹਿਲੀ ਕਨਵੈਨਸ਼ਨ ਸੀ ਤੇ ਮੇਰੇ ਕੰਨਾਂ 'ਚ ਆਵਾਜ਼ ਪਈ, ਇਹ ਬਸ਼ੀਰ ਦੀਆਂ ਲੱਤਾਂ ਵੜ ਦੇਵਾਂਗੇ ਜਦੋਂ ਪੁਲ ਤੋਂ ਠਾਂ ਉਤਰੇਗਾ। ਮੈਂ ਹਾਂ ਗਿੱਟੀ ਦੌੜ ਜਾਈਏ, ਅਸੀਂ ਵੱਢਣ ਵਾਲੇ ਆਉਣਗੇ ਤੇ ਫਿਰ ਵੇਖੀ ਜਾਏਗੀ। ਪੁਲ ਤੋਂ ਥੱਲੇ ਉਤਰਾਂਗੇ, ਤਾਲੀਆਂ ਵਜਾਵਾਂਗੇ। ਇਸ ਕਰਕੇ ਮਜ਼ਬੂਤ ਬਣੋ। ਅੱਜ ਤੱਕ ਇਹ ਕਨਵੈਨਸ਼ਨ ਹੋ ਰਹੀ ਹੈ। ਪੰਜਾਬ ਭਰ ਵਿੱਚ ਸਭ ਤੋਂ ਵੱਡੀ ਕਨਵੈਨਸ਼ਨ ਇਹੀ ਹੁੰਦੀ ਹੈ। ਇਸ ਕਰਕੇ ਮੇਰੇ ਅਜ਼ੀਜ਼ੋ, ਅੱਜ ਅਸੀਂ ਡੈਨੀਅਲ ਨੂੰ ਪੜਾਂਗੇ। ਡੈਨੀਅਲ 3 ਅਧਿਆਇ ਔਰ ਉਸ ਦੀ 16ਵੀਂ ਆਇਤ 16-17 ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ ਕਿ ਉਸ ਸਦਰਕ, ਮੇਸ਼ਕ, ਅਬਦਨਗੋ ਜਿਹੜੇ ਪ੍ਰਭੂ ਦੇ ਪਿਆਰੇ ਸਨ, ਪ੍ਰਭੂ ਨੂੰ ਪਿਆਰ ਕਰਦੇ ਸਨ, ਉਹਦੇ ਲਈ ਜੀ ਰਹੇ ਸੀ, ਵਚਨ ਨਾਲ ਜੀ ਰਹੇ ਸੀ। ਅੱਜ ਵਚਨ ਨਾਲ ਚੱਲਣਾ ਤੇ ਜੀਣਾ ਬੜਾ ਮੁਬਾਰਕ ਜੇ। ਔਰ ਜੇ ਵਚਨ ਨਾਲ ਚੱਲਿਆ ਨਹੀਂ ਜਾਂਦਾ, ਜੀ ਨਹੀਂ ਸਕਦੇ, ਵਚਨ ਨਾਲ ਸੁਣ ਸਕਦੇ ਜੇ, ਫਿਰ ਤੁਹਾਨੂੰ ਬਰਕਤ ਦਾ ਕੋਈ ਹਿੱਸਾ ਮਿਲ ਨਹੀਂ ਸਕਦਾ। ਇਹਦੇ ਨਾਲ ਚੱਲੋ, ਜਿਸ ਤਰ੍ਹਾਂ ਕਹਿੰਦਾ ਉਸ ਤਰ੍ਹਾਂ ਕਰੋ। ਆਗਿਆਕਾਰ ਬਣੋ, ਵਫਾਦਾਰ ਬਣੋ, ਪਵਿੱਤਰਤਾਈ ਦਾ ਜੀਵਨ ਬਿਤਾਓ ਔਰ ਪ੍ਰਭੂ ਦੇ ਨਾਲ ਆਗਿਆਕਾਰ ਹੋ। ਹਾਲੇਲੂਇਆ। ਤਾਂ ਸਦਰਕ, ਮੇਸ਼ਕ ਤੇ ਅਬਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਬੱਚੋ ਤੁਹਾਡੇ ਵੱਲ ਵੇਖੋ, ਕੰਮ ਚਾਹੋ ਜੋ ਇੱਧਰ। ਹਾਲੇਲੂਇਆ। ਦੀ ਪੜਾਂਗੇ। ਤਾਂ ਸਦਰਕ, ਮੇਸ਼ਕ ਤੇ ਅਬਦਨਗੋ ਨੇ ਰਾਜੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨਜ਼ਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ। ਪੜਾਂਗੇ, ਸਾਡਾ ਪਰਮੇਸ਼ਰ
ਜਿਹਦੀ ਅਸੀਂ ਸੇਵਾ ਸਾਡਾ ਕਰਦੇ ਹਾਂ, ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ, ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਹਾਂਜੀ। ਛਡਾਉਣ ਦੀ ਸ਼ਕਤੀ ਰੱਖਦਾ ਹੈ। ਆਮੀਨ। ਜਿਹੜੀ ਅੱਗ ਦੀ ਭੱਠੀ ਦਾ ਤੂੰ ਦੇਣ ਡਿਆ ਸੁਣਾ, ਇਸ ਭੱਠੀ ਤੋਂ ਸਾਡਾ ਯਹੋਵਾ ਪਰਮੇਸ਼ਰ ਤਾਲੀਆਂ ਵਜਾ ਕੇ ਆਖੋ ਬਚਾਉਣ ਦੀ ਸ਼ਕਤੀ ਰੱਖਦਾ ਹੈ। ਇਹ ਰਾਹ ਹੈ, ਇਸ ਰਾਹ ਤੇ ਚੱਲਣਾ ਪੈਣਾ ਹੈ। ਔਰ ਜੇ ਇਸ ਰਾਹ ਤੇ ਤੁਸੀਂ ਚੱਲਣ ਜੋਗੇ ਨਹੀਂ ਜੇ ਤੇ ਫਿਰ ਉਠਾਏ ਜਾਣ ਦਾ ਮਤਲਬ ਵਿਸ਼ਵਾਸ ਨਾ ਕਰੋ ਕਿ ਅਸੀਂ ਉਠਾਏ ਜਾਣਾ। ਇਸ ਤਰ੍ਹਾਂ ਨਹੀਂ ਹੋਣਾ। ਜਿਹੜੇ ਉਠਾਏ ਗਏ ਨੇ, ਜਿਹੜੇ ਬਚਾਏ ਗਏ ਨੇ, ਉਹਨਾਂ ਨੇ ਦੁੱਖ ਝੱਲੇ ਨੇ, ਉਹਨਾਂ ਨੇ ਮੁਸ਼ਕਲਾਂ ਝੱਲੀਆਂ ਨੇ, ਉਹਨਾਂ ਨੇ ਮੁਸੀਬਤਾਂ ਝੱਲੀਆਂ ਨੇ, ਉਹਨਾਂ ਨੇ ਕਦੇ ਕਿਸੇ ਦੀ ਪਰਵਾਹ ਤਾਕਰ ਨਹੀਂ ਕੀਤੀ। ਜਿਹੜੇ ਇਸ ਵਚਨ ਨਾਲ ਚੱਲੇ ਨੇ, ਖੁਦਾਵੰਦ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਇਹੋ ਜਿਹਾ ਜਵਾਬ ਹੈ ਸਦਰ ਕਮੀਸਕ ਅਬਦਨਗੋ ਦਾ ਨਬੂਕਦਨਜ਼ਰ ਨੂੰ। ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ, ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ, ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਸਾਨੂੰ ਤੋਂ ਅੱਗ ਦੀ ਬਲਦੀ ਹੋਈ ਭੱਠੀ ਤੋਂ ਛਡਾਉਣ ਦੀ ਸ਼ਕਤੀ ਰੱਖਦਾ ਹੈ। ਛਡਾਉਣ ਦੀ ਕੀ ਰੱਖਦਾ ਹੈ? ਸ਼ਕਤੀ ਰੱਖਦਾ ਹੈ। ਅਤੇ ਆਸ਼ਾ ਦਾ ਮੂੰਹ ਲਾਲ ਹੋ ਗਿਆ। ਕਹਿੰਦਾ 3 ਜਾਣੇ, ਅਸੀਂ ਕਿੰਨੇ ਜਾਣੇ ਆ? ਯਾਦ ਰੱਖੋ, ਖੁਦਾ ਦੇ 2 ਹੀ ਬੱਚੇ ਬੜੇ ਨੇ। ਭਾਵੇਂ ਭੀੜਾਂ ਹੋਣ, ਇੱਥੇ 2 ਹੀ ਬੜੇ ਨੇ ਜਿਨ੍ਹਾਂ ਨੇ ਸੱਚਾਈ ਦੇ ਨਾਲ ਚੱਲਣਾ। ਉਹ 2 ਹੀ ਬਹੁਤ ਨੇ। ਖੁਦਾਵੰਦ ਤੁਹਾਨੂੰ ਬਹੁਤ ਵੱਡੀ ਬਰਕਤ ਹੋਵੇ। ਔਰ ਉਸਨੇ ਕੀ ਕਿਹਾ? ਅੱਗ ਨੂੰ ਤਾ ਦਿਓ, ਭੱਠੀ 7 ਗੁਣਾ ਵੱਧ ਤਾ ਦਿਓ। ਹਾਲੇਲੂਇਆ। ਕੀ ਸਦਰਕ ਮੇਸ਼ਕ ਅਬਦਨਗੋ ਜਿਹੜੇ ਇਸ ਰਾਹ ਦੇ ਉੱਤੇ ਚੱਲ ਰਹੇ ਸੀ, ਉਹ ਪਛਾਣ ਹਟ ਜਾਣ ਵਾਲੇ ਸੀ? ਤਾਲੀਆਂ ਵਜਾ ਕਦੇ ਹੋ ਨਹੀਂ ਸਕਦਾ ਕਿ ਇੱਕ ਵਿਸ਼ਵਾਸੀ ਪ੍ਰਭੂ ਦੇ ਪਿੱਛੇ ਚੱਲ ਕੇ ਤੇ ਫਿਰ ਉਹ ਆਗਿਆਕਾਰ ਨਾ ਹੋਵੇ। ਆਗਿਆਕਾਰੀ ਸਿੱਖਣੀ ਆ, ਵਫਾਦਾਰੀ ਵੀ ਸਿੱਖਣੀ ਆ। ਇਹ ਸਾਰੇ ਕੰਮ ਸਿੱਖਣੇ ਨੇ, ਕਿਉਂਕਿ ਉਠਾਇਆ ਜਾਣਾ ਬਹੁਤ ਛੇਤੀ ਹੋ ਜਾਣ ਵਾਲਾ ਹੈ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਔਰ ਉਹਨਾਂ ਨੇ ਕਿਹਾ, ਤੈਨੂੰ ਉੱਤਰ ਦੇਣਾ ਅਸੀਂ ਜ਼ਰੂਰੀ ਨਹੀਂ ਸਮਝਦੇ, ਪਰ ਅਸੀਂ ਇਹ ਜਾਣਦੇ ਹਾਂ ਕਿ ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ, ਉਹ ਤੇਰੀ ਅੱਗ ਦੀ ਬਲਦੀ ਭੱਠੀ ਤੋਂ ਸਾਨੂੰ ਬਚਾਉਣ ਦੀ ਸ਼ਕਤੀ ਰੱਖਦਾ ਹੈ। ਮੇਰੇ ਅਜ਼ੀਜ਼ੋ, ਇਹ ਇੱਕ ਰਾਹ, ਇਹਦੇ ਉੱਤੇ ਚੱਲੋ ਔਰ ਪ੍ਰਭੂ ਦੇ ਨਾਲ ਚੱਲੋ। ਮੈਂ ਕਈ ਵਾਰੀ ਕਿਹਾ ਕਿ ਤੁਹਾਡੇ ਘਰ ਵਿੱਚ ਇੱਕ ਕੱਪੜਾ ਵਿਛਿਆ ਹੋਣਾ ਚਾਹੀਦਾ ਦੁਆ ਵਾਲਾ। ਅਗਰ ਉਹ ਨਹੀਂ ਵਿਛਿਆ ਹੋਇਆ, ਤੁਸੀਂ ਕੋਈ ਸਥਾਨ ਨਹੀਂ ਬਣਾਇਆ ਹੋਇਆ ਦੁਆ ਦਾ, ਤੇ ਇਹਦਾ ਮਤਲਬ ਆ ਤੁਸੀਂ ਬਸ ਫਿਰ ਦੁਆ ਕਰਨ ਵਾਲੇ ਹੈ ਨਹੀਂ ਜੀ, ਤੁਸੀਂ ਫਿਰ ਕੰਮ ਕਰਨ ਵਾਲੇ ਜੀ। ਤੇ ਕੰਮਾਂ ਦੀਆਂ ਪੰਡਾਂ ਪਾ ਕੇ ਮੈਨੂੰ ਦੱਸਿਓ ਤੁਸੀਂ ਕਿੱਧਰ ਖੜਨੀਆਂ। ਕੰਮਾਂ ਦੀਆਂ ਪੰਡਾਂ ਬੰਨ ਕੇ ਕਿੱਧਰ ਖੜਨੀਆਂ ਨੇ, ਇਹ ਜਰਾ ਸੋਚ ਕੇ ਵਿਖਾ ਦਿਓ। ਨਹੀਂ ਤੇ ਫਿਰ ਜੇ ਇਹ ਨਹੀਂ ਸੋਚਣਾ ਤੇ ਫਿਰ ਘਰ ਦੇ ਵਿੱਚ ਥਾਂ ਰੱਖੋ ਜਿੱਥੇ ਤੁਹਾਡੀ ਦੁਆ ਹੋ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਬਹੁਤ ਵੱਡੀ ਬਰਕਤ ਹੈ। ਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਦੁਆ ਕਰਨੀ ਬਹੁਤ ਪਸੰਦ ਹੈ, ਬਹੁਤ ਪਸੰਦ ਹੈ। ਔਰ ਇਸ ਕਨਵੈਨਸ਼ਨ ਦੇ ਲਈ ਮੈਂ 11 ਦਿਨ ਦੁਆ ਰੂਮ ਦੇ ਵਿੱਚ ਗਿਆ। ਮੈਂ ਕਿਹਾ ਪ੍ਰਭੂ ਦਇਆ ਕਰਦੇ, ਕਿਉਂਕਿ ਇਹ ਕਨਵੈਨਸ਼ਨ ਸਰਦੀ ਵਿੱਚ ਹੋ ਰਹੀ ਆ। ਕਿ ਕਿਸੇ ਨੂੰ ਠੰਡ ਲੱਗੇ? ਕਿਸੇ ਨੂੰ ਨਹੀਂ। ਖੁਦਾ ਨੇ ਸਾਰਿਆਂ ਨੂੰ ਕੀ ਦਿੱਤੀ ਆ? ਬਰਕਤ। ਹਾਲੇਲੂਇਆ। ਹੁਣ ਅਸੀਂ ਪੜਾਂਗੇ दानिएल 3 अध्याय और उसकी 24 आयत नूं पढ़ांगे। 24 आयत नूं असीं प्रभु दे वचन चों पढ़ांगे। ਤਾਂ ਨਬੂਕਦਨੇਸਰ
ਹਾਂਜੀ ਹੱਕਾ ਬੱਕਾ ਹੋ ਕੇ ਝਟ ਖਲੋ ਗਿਆ। ਹੁਣ ਕਿਉਂ ਖਲੋਤਾ ਭਲਾ? ਕਿਉਂਕਿ ਦੈਨੀਏਲ ਸਦਰਕ ਮੇਸ਼ਕ ਅਬਦਨਗੋ ਦਾ ਪਰਮੇਸ਼ਰ ਆ ਗਿਆ। ਹਾਲੇਲੂਇਆ। ਉਹ ਆਪਣੇ ਬੱਚਿਆਂ ਦੇ ਬਚਾਓ ਲਈ ਆ ਗਿਆ ਹੈ, ਕਿਉਂਕਿ ਉਹਦੇ ਬੱਚੇ ਜਿਹੜੇ ਸੀ ਉਹਨਾਂ ਨੂੰ ਅੱਗ ਦੀ ਬਲਦੀ ਭੱਠੀ ਵਿੱਚ ਉਹਨਾਂ ਨੂੰ ਸੁੱਟਿਆ ਸੀ ਔਰ ਉੱਤੇ ਕੁਝ ਹੋ ਰਿਹਾ ਸੀ। ਨਬੀ ਕਹਿੰਦਾ ਉੱਤੇ ਕੁਝ ਹੋ ਰਿਹਾ ਸੀ ਔਰ ਫਰਿਸ਼ਤੇ ਕਹਿ ਰਹੇ ਸੀ, ਇੱਕ ਜਣਾ ਕਹਿ ਰਿਹਾ ਸੀ ਜਿਹਨੇ ਇੰਨਾ ਪਾਣੀ ਉੱਤੋਂ ਵਗਾ ਦਿੱਤਾ, ਉਹ ਕਹਿੰਦਾ ਜੀ ਮੈਨੂੰ ਆਗਿਆ ਦਿਓ। ਉਹ ਕਹਿੰਦਾ ਨਹੀਂ, ਤੁਹਾਨੂੰ ਕਿਸੇ ਨੂੰ ਆਗਿਆ ਨਹੀਂ ਦੇਣੀ, ਅਸਲ 'ਚ ਮੈਂ ਜਾਣਾ ਹੈ। ਯਹੋਵਾ ਪਰਮੇਸ਼ਰ ਨੇ ਕਿਹਾ ਮੈਂ ਜਾਣਾ ਹੈ, ਕਿਉਂਕਿ ਉਹਨਾਂ ਦਾ ਵਿਸ਼ਵਾਸ ਤੁਹਾਡੇ ਉੱਤੇ ਨਹੀਂ, ਉਹਨਾਂ ਦਾ ਵਿਸ਼ਵਾਸ ਮੇਰੇ ਉੱਤੇ ਹੈ। ਮੈਂ ਜਾਵਾਂਗਾ। ਔਰ ਪਾਤਸ਼ਾਹ ਕੀ ਹੋ ਗਿਆ? ਹੱਕਾ ਪੱਕਾ ਹੋ ਗਿਆ, ਬਹੁਤ ਹੱਕਾ ਪੱਕਾ ਹੋ ਗਿਆ। ਬੜਾ ਮਤਲਬ ਕਹਿਣ ਲੱਗਾ ਕਿ ਕੀ ਹੋ ਗਿਆ, ਪੜਾਂਗੇ ਅੱਗੇ ਥੋੜਾ ਜਿਹਾ। ਉਹ ਬੋਲ ਕੇ ਹਾਂਜੀ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ ਕਿ ਅਸਾਂ 3 ਬੰਦਿਆਂ ਨੂੰ ਬਣਵਾ ਕੇ ਅਸਾਂ 3 ਬੰਦਿਆਂ ਨੂੰ ਬਣਵਾ ਕੇ ਅੱਗ ਵਿੱਚ ਨਹੀਂ ਸਟਵਾਇਆ। ਅੱਗ ਵਿੱਚ ਨਹੀਂ ਸੁਟਵਾਇਆ। ਉਹਨਾਂ ਨੇ ਉੱਤਰ ਦਿੱਤਾ ਉਹਨਾਂ ਨੇ ਉੱਤਰ ਦਿੱਤਾ ਕਿ ਹੇ ਰਾਜਨ, ਇਹ ਰਾਜਨ ਸੱਚ ਹੈ। ਇਹ ਕੀ ਹੈ? ਇਹ ਸੱਚ ਹੈ ਕਿ ਨੇ ਇਹ 3 ਜਾਣੇ ਨੇ। ਤੇ ਯਿਸੂ ਮਸੀਹ ਨੇ ਕੀ ਕਿਹਾ ਹੋਇਆ? ਜਿੱਥੇ 2 ਜਾਂ 3 ਮੇਰੇ ਨਾਮ ਤੇ ਇਕੱਠੇ ਹੋਣਗੇ, ਮੈਂ ਉਹਨਾਂ ਦੇ ਵਿਚਕਾਰ ਤਾਲੀਆਂ ਵਜਾਵਾਂਗੇ। ਆ ਗਿਆ ਹੈ, ਕਿਉਂਕਿ ਇਹ ਰਸਤਾ ਹੈ ਜਿਹਦੇ ਉੱਤੇ ਇੱਕ ਵਿਸ਼ਵਾਸੀ ਨੇ ਚੱਲਣਾ। ਔਰ ਜੋ ਇਸ ਰਸਤੇ ਤੇ ਚੱਲਣ ਜੋਗਾ ਨਹੀਂ ਹੈ, ਤੇ ਫਿਰ ਮੇਰੇ ਅਜ਼ੀਜ਼ੋ ਪ੍ਰਭੂ ਦੇ ਬਾਰੇ ਗੱਲਾਂ ਤੇ ਤੁਸੀਂ ਕਰ ਸਕੋਗੇ। ਤੇ ਇੱਧਰ ਰਮਦਾਸ ਵੱਲ, ਰੂੜੇਵਾਲ, ਪੱਛੀਆ ਔਰ ਅਮਾਨ, ਔਰ ਇੱਧਰ ਇੱਕ ਗੀਤ ਚੱਲਦਾ ਹੈ, ਗੱਲਾਂ ਨਾਲ ਗੱਲ ਨਹੀਂ ਉਹ ਬਣਨੀ, ਕੁਝ ਕਰਕੇ ਵਿਖਾ। ਹਾਲੇਲੂਇਆ। ਇਹ ਗੱਲਾਂ ਨਾਲ ਗੱਲ ਨਹੀਂ ਬਣਨੀ ਵੀ ਅਸੀਂ ਗੱਲਾਂ ਕਰੀ ਜਾਈਏ ਤੇ ਲੋਕ ਸਾਡੀਆਂ ਸੁਣ ਲੈਣ। ਗੱਲਾਂ ਨਾਲ ਗੱਲ ਨਹੀਂ ਉਹ ਬਣਨੀ, ਕੁਝ ਕਰਕੇ ਵਿਖਾ। ਇਹਨਾਂ ਦਿਨਾਂ 'ਚ ਤੇ ਕੁਝ ਕਰਕੇ ਵਿਖਾਉਣਾ ਪੈਣਾ। ਤੁਹਾਡੇ ਕੰਮ ਨਹੀਂ ਜੇ ਨਾਲ ਜਾਣੇ। ਮੈਂ ਬੜੇ ਚਿਰ ਦਾ ਕਹਿ ਰਿਹਾ ਜੇ ਗੱਲਾਂ, ਤੁਹਾਡੇ ਕੰਮ ਨਹੀਂ ਜੇ ਤੁਹਾਡੇ ਨਾਲ ਜਾਣੇ। ਯਿਸੂ ਦਾ ਜਿਉਂਦਾ ਵਚਨ ਤੁਹਾਡੇ ਨਾਲ ਜਾਵੇਗਾ, ਜਦ ਇਹਦੇ ਨਾਲ ਖੜੇ ਹੋਵੋਗੇ ਔਰ ਖੁਦਾ ਤੁਹਾਡੇ ਜੀਵਨ ਤੇ ਜਾ ਕਰ ਦਵੇਗਾ। ਹਾਲੇਲੂਇਆ। ਥੋੜਾ ਜਿਹਾ ਪੜਾਂਗੇ ਅਸੀਂ 24 ਤੋਂ ਅੱਗੇ 25 ਤੱਕ ਚੱਲ ਜਾਵਾਂਗੇ। ਤਾਂ ਉਸਨੇ ਉੱਤਰ ਦੇ ਕੇ ਆਖਿਆ, ਕਿਸੇ ਹੋਰ ਨੂੰ ਮੌਕਾ ਦਿਓ। ਹਾਂਜੀ ਹਾਂਜੀ। ਤਾਂ ਉਸਨੇ ਉੱਤਰ ਦੇ ਕੇ ਆਖਿਆ, ਤਾਂ ਉਸਨੇ ਉੱਤਰ ਦੇ ਕੇ ਆਖਿਆ, ਜੀ ਜੀ, ਤਾਂ ਉਸਨੇ ਉੱਤਰ ਦੇ ਕੇ ਆਖਿਆ ਭਈ ਵੇਖੋ, ਹਾਂਜੀ, ਮੈਂ 4 ਮਨੁੱਖ ਅੱਗ ਵਿੱਚ ਮੈਂ ਤੇ 4 ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਵੇਖਣ ਡਿਆ, ਅਤੇ ਉਹਨਾਂ ਨੂੰ ਕੁਝ ਦੁੱਖ ਨਹੀਂ। ਤੇ ਉਹਨਾਂ ਨੂੰ ਤੇ ਕੋਈ ਦੁੱਖ ਹੀ ਹੈ ਨਹੀਂ। ਅਸੀਂ ਕਹਿੰਦੇ ਆ ਵੀ ਅਸੀਂ 7 ਗੁਣਾ ਤਾ ਦਿੱਤਾ, ਉਹਨਾਂ ਨੂੰ ਸਾਡੇ ਤਾ ਦਾ, ਸਾਡੀ ਭੱਠੀ ਦਾ, ਭੱਠੀ ਦੀਆਂ ਲੰਬਾਂ ਦਾ ਕੋਈ ਅਸਰ ਹੀ ਨਹੀਂ ਹੋਇਆ। ਹਾਲੇਲੂਇਆ। ਕਿਉਂਕਿ ਉਹ 2 ਜਾਂ 3 ਦੇ ਵਿੱਚ ਕਾਹ ਆਇਆ ਹੋਇਆ ਸੀ। ਅਜੇ ਉਹ ਵਿੱਚ ਕਾਹ ਆਇਆ ਹੋਇਆ ਸੀ ਤਾਂ ਸਮਝ ਲਓ ਫਿਰ ਉੱਥੇ ਕੁਝ ਵੀ ਹੋ ਨਹੀਂ ਸੀ ਸਕਦਾ। ਨਾ ਉਹ ਮਰ ਸਕਦੇ ਸੀ, ਨਾ ਸੜ ਸਕਦੇ ਸੀ, ਨਾ ਉਹਨਾਂ ਦਾ ਕੁਝ ਵਾਲ ਵਿੰਗਾ ਵੀ ਹੋ। ਉਹਨਾਂ ਨੇ ਵੇਖਿਆ ਜਦੋਂ ਨਬੂਕਦਨੇਜ਼ਰ ਨੇ ਕਿਹਾ ਉਹ ਭੱਠੀ ਦੇ ਲਾਗੇ ਜਾਈਏ। ਉਹ ਕਿਹੜੇ ਰਸਤੇ ਤੇ ਸੀ? ਰਸਤਾ, ਸੱਚਾਈ ਤੇ ਜੀਵਨ ਮੈਂ ਹਾਂ। ਉਹ ਇਸ ਰਸਤੇ ਦੇ ਉੱਤੇ ਚੱਲ ਰਹੇ ਸਨ ਔਰ ਉਹਨਾਂ ਦੇ ਲੀੜੇ ਵੇਖੇ, ਸੁੰਘਿਆ ਲੀੜਿਆਂ ਨੂੰ, ਔਰ ਉਹਨਾਂ ਦੇ ਵਾਲ ਵੇਖੇ। ਇਹਨਾਂ ਦੇ ਵਾਲ ਵੀ ਨਹੀਂ ਸੜੇ, ਇਹਨਾਂ ਦੇ ਲੀੜੇ ਵੀ ਨਹੀਂ ਮਤਲਬ ਸੜੇ। ਫਿਰ ਨਬੂਕਦਨੇਜ਼ਰ ਨੇ ਕੀ ਆਖਿਆ?
ਸਦਰਕ ਮੇਸ਼ਕ ਅਬਦਨਗੋ ਦਾ ਪਰਮੇਸ਼ਰ। ਤਾਲੀਆਂ ਵਜਾ ਕੇ ਉਹਨੇ ਕਿਹਾ ਮੁਬਾਰਕ ਹੋਵੇ। ਔਰ ਇਹ ਬੰਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਰਨ ਨਹੀਂ ਦੇ ਦਿੱਤਾ ਔਰ ਵਚਨ ਤੋਂ, ਆਪਣੇ ਪਰਮੇਸ਼ਰ ਦੇ ਵਚਨ ਤੋਂ ਪਿੱਛੇ ਨਹੀਂ ਹਟੇ। ਹਾਲੇਲੂਇਆ। ਰੱਬ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਇੱਕ ਰਸਤਾ ਹੈ ਜਿਹਦੇ ਉੱਤੇ ਚੱਲਣਾ ਹੈ, ਇੱਕ ਰਾਹ ਹੈ ਜਿਹਦੇ ਉੱਤੇ ਚੱਲਣਾ ਹੈ। ਬਹੁਤੀਆਂ ਗੱਲਾਂ ਨਾਲ ਸਾਨੂੰ ਕੁਝ ਨਹੀਂ ਮਿਲਦਾ, ਕੁਝ ਵੀ ਨਹੀਂ ਮਿਲਦਾ। ਮੈਂ ਮੂੰਹ ਤੇ ਕਹਿ ਰਿਹਾ ਜੇ ਕੁਝ ਵੀ ਨਹੀਂ ਮਿਲਦਾ। ਐਵੇਂ ਮਗਰੋਂ ਕਹਿਣ ਦੀ ਤੇ ਕੋਈ ਗੱਲ ਹੀ ਨਹੀਂ ਹੈ। ਮੂੰਹ ਦੇ ਉੱਤੇ ਕਹਿਣਾ ਸੰਗਤ ਨੂੰ ਮਤਲਬ ਕੀ ਕਹਿਣਾ? ਸੰਗਤ ਨੂੰ ਮਜ਼ਬੂਤ ਕਰਨਾ। ਹਾਂਜੀ, ਟੀਚਰ ਕੀ ਕਰਦੇ ਨੇ ਭਲਾ? ਹੁੰਦੇ ਟੀਚਰ ਨੇ, ਪਹਿਲੇ ਟੀਚਰ। ਉਹਨਾਂ ਇੱਕ ਕਿਤਾਬ ਵੀ ਰੱਖੀ ਹੁੰਦੀ ਸੀ, ਬੱਚਿਆਂ ਕੋਲ ਵੀ ਕਿਤਾਬ ਸੀ, ਉਹਨਾਂ ਕੋਲ ਇੱਕ ਸੋਟੀ ਵੀ ਹੁੰਦੀ ਸੀ। ਤੇ ਖੁਦਾ ਕਹਿੰਦਾ ਹੈ, ਇੱਕ ਬੰਦਾ ਕਹਿੰਦਾ ਪ੍ਰਭੂ ਸਾਡੀ ਲਾਠੀ ਤੇ ਸੋਟੀ ਸਾਡੇ ਵਿੱਚ ਹੋਣੀ ਚਾਹੀਦੀ ਆ। ਲਾਠੀ ਜਿਹੜੀ ਆ ਉਹ ਆਸਰਾ ਵਚਨ ਦਾ। ਹਾਲੇਲੂਇਆ। ਜਿਹੜੇ ਵਚਨ ਦੇ ਪਿੱਛੇ ਚੱਲਦੇ ਨੇ ਉਹ ਆਸਰਾ ਵਚਨ ਦਾ ਲੈਂਦੇ ਨੇ। ਔਰ ਕਿਸੇ ਨੇ ਗਾਇਆ ਕਿ ਕਿਹਾ ਹੈ, ਆਸਰਾ ਮੇਰਾ ਤੂੰ ਹੈ ਐ ਮੇਰੀ ਖੁਦਾ। ਹਾਲੇਲੂਇਆ। ਮੇਰਾ ਮਾਲਕ ਹੈ ਤੂੰ ਮੇਰੀ ਇਹ ਲਾਠੀ ਹੈ। ਤੇ ਸੋਟੀ ਕੀ ਹੈ ਭਲਾ? ਸੋਟੀ ਜਦੋਂ ਪ੍ਰਚਾਰਕ ਦੇ ਵਿੱਚੋਂ ਦੀ ਖੁਦਾ ਝਿੜਕਦਾ ਵਿਸ਼ਵਾਸੀਆਂ ਨੂੰ। ਹਾਲੇਲੂਇਆ। ਕਈਆਂ ਨੂੰ ਫਿਰ ਹੁੰਦਾ ਇਹ ਵੀ ਨਹੀਂ ਛੱਡੋ ਪਰ ਇਹ ਤੇ ਲਿਹਾਜ਼ ਹੀ ਨਹੀਂ ਕਰਦਾ। ਅਸਲ ਭਾਈ ਮੈਂ ਤੇ ਬੜਾ ਲਿਹਾਜ਼ ਕਰਨਾ ਵਾ, ਜਰਾ ਇੱਧਰ ਵੇਖੋ, ਇੰਨੇ ਨਹੀਂ ਜੇ ਕਰਨਾ ਤੁਹਾਡਾ ਲਿਹਾਜ਼। ਕਹਿੰਦੇ ਤੁਹਾਡਾ ਕੋਈ ਲਿਹਾਜ਼ ਨਹੀਂ ਕਰਨਾ। ਅੱਜ ਵਚਨ ਦੀਆਂ ਝਿੜਕਾਂ ਖਾ ਜਾਓਗੇ ਤੇ ਬਚ ਜਾਓਗੇ। ਉਹਦੇ ਵਚਨ ਦੀਆਂ ਝਿੜਕਾਂ ਨਹੀਂ ਖਾਧੀਆਂ ਗਈਆਂ। ਚੰਗੀ ਮਾਂ ਕਿਹੜੀ ਹੁੰਦੀ ਹੈ ਭਲਾ? ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੀ ਚੰਗੀ ਮਾਂ ਹੁੰਦੀ। ਹਾਂਜੀ, ਚੰਗੀ ਹੁੰਦੀ ਹੈ। ਉਹਦੇ ਬੱਚੇ ਖਰਾਬ ਹੋ ਜਾਣਗੇ। ਮਿੱਠੀ ਮਾਂ ਦੇ ਬੱਚੇ ਖਰਾਬ ਹੋ ਜਾਣਗੇ ਔਰ ਉਹ ਆਖੇ ਨਹੀਂ ਲੱਗਣਗੇ ਮੁੜ ਕੇ। ਪਰ ਜਿਹੜੀ ਕੌੜੀ ਮਾਂ ਹੈ, ਜਿੰਨੇ ਚੰਡਾ ਮਾਰੀਆਂ ਹੋਈਆਂ ਨੇ ਬੱਚਿਆਂ ਨੂੰ, ਉਹ ਕੀ ਕਰਨਗੇ ਭਲਾ? ਆਪਣੀ ਮਾਂ ਨੂੰ ਮੁਬਾਰਕ ਕਰ। ਹਾਲੇਲੂਇਆ। ਉਹ ਆਪਣੀ ਮਾਂ ਨੂੰ ਕੀ ਆਖਣਗੇ? ਮੁਬਾਰਕ ਆਖਣਗੇ, ਜਿਨੇ ਸਾਨੂੰ ਝਿੜਕਿਆ ਟਾਲਿਆ ਹੈ। ਹਾਲੇਲੂਇਆ। ਤੋ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇ ਭਾਈ ਭੈਣੋ। ਇਹਨਾਂ ਨੂੰ ਝਿੜਕਿਆ ਸੀ ਔਰ ਹੁਣ ਮੈਂ ਲੱਗਾ ਸਦਰਕ ਮੇਸ਼ਕ ਅਬਦਨਗੋ ਦਾ ਸਫ਼ਰ। ਕਿਉਂਕਿ ਹੁਣ ਇਤਿਹਾਸਕ ਤੌਰ ਤੇ ਮੈਂ ਇਹਨਾਂ ਨੂੰ ਲੈਣਾ ਚਾਹੁੰਦਾ ਔਰ ਮੈਂ ਦੱਸਣਾ ਚਾਹੁੰਦਾ ਕਿ ਸਦਰਕ ਮੇਸ਼ਕ ਅਬਦਨਗੋ ਇਹਨਾਂ ਦੇ ਨਾਲ ਹੋਰ ਜਾਣੇ ਬੜੇ ਜਾਣੇ ਸਨ। ਖੁਦਾ ਬਰਾਬਰ ਇਹਨਾਂ ਨਾਲ ਬਹੁਤ ਸਾਰੇ ਸਨ ਔਰ ਜਦੋਂ ਬਹੁਤ ਸਾਰੇ ਉਹ ਕੈਦ ਕਰ ਲਏ ਗਏ। ਨਬੂਕਦਨੇਜ਼ਰ ਨੇ ਕਿਹਾ ਜਿਹੜੇ ਮਤਲਬ ਸ਼ਾਹੀ ਖਾਨਦਾਨ ਦੇ ਬੱਚੇ ਨੇ ਔਰ ਸ਼ਾਹੀ ਖਾਨਦਾਨ ਦੇ ਬੱਚਿਆਂ ਨੂੰ ਚੁਣੋ ਔਰ ਉਹਨਾਂ ਨੂੰ ਮੇਰੇ ਦਰਬਾਰ ਵਿੱਚ ਲੈ ਕੇ ਆਓ ਬਾਬਲ ਦੇ ਅੰਦਰ। ਬਾਬਲ ਔਰ ਯਰੂਸ਼ਲਮ ਦਾ ਜਿਹੜਾ ਸਫ਼ਰ ਹੈ ਉਹ 2700 ਮੀਲ ਹੈ। 2700 ਮੀਲ। ਇਹ ਮੈਂ ਹਿਸਟਰੀ ਦੇ ਪੱਖ ਤੋਂ ਦੱਸ ਰਿਹਾ ਕਿਉਂਕਿ ਇੱਕ ਸੇਵਕ ਨੂੰ ਹਿਸਟਰੀ ਵੀ ਹੋਣੀ ਚਾਹੀਦੀ ਹੈ। ਜੇ ਉਹਨੇ ਸਦਰਕ ਮੇਸ਼ਕ ਅਬਦਨਗੋ ਦੇ ਬਾਰੇ ਦੱਸਣਾ ਹੈ ਤੇ ਉਹਨੇ ਇਹ ਵੀ ਦੱਸਣਾ ਹੈ ਕਿ ਇਹ 2700 ਮੀਲ ਤੁਰ ਕੇ ਗਏ ਨੇ ਯਰੂਸ਼ਲਮ ਤੋਂ ਹੱਥ ਉਠਾ ਕੇ ਆਖੋ ਬਾਬਲ ਤੱਕ। 2700 ਮੀਲ। ਮੇਰੇ ਅਸੀਂ ਜੋ ਕਿਸ ਤਰ੍ਹਾਂ ਇਹ ਜਾਂਦੇ ਸਨ। ਤੁਸੀਂ ਪੁਰਾਣੇ ਕੈਦੀ ਨਹੀਂ ਵੇਖੇ? ਇੱਕ ਕੜਾ ਇੱਥੇ ਗਲ 'ਚ ਹੁੰਦਾ ਸੀ। ਇਸ
ਕੜੇ ਦੇ ਪਿਛਲੇ ਬੰਨੇ ਇੱਕ ਸੰਗਲ ਹੁੰਦਾ ਸੀ। ਉਹਨਾਂ ਕੀ ਤੁਰਨਾ ਸੀ, ਪੈਰੀ ਬੇੜੀਆਂ ਹੁੰਦੀਆਂ ਸੀ ਔਰ ਇਹਨਾਂ ਨੂੰ ਤੋਰਿਆ ਜਾਂਦਾ ਸੀ ਔਰ ਬੜੀ ਮੁਸ਼ਕਲ ਹੁੰਦੀ ਸੀ। 2700 ਮੀਲ ਤੁਰ ਕੇ ਵੀ ਇਹਨਾਂ ਨੇ ਆਪਣੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਔਰ ਇਹ ਪਛਾਣ ਨਹੀਂ ਹਟੇ, ਇਹ ਪਛਾਣ ਨਹੀਂ ਹਟੇ। ਅਸੀਂ ਤੇ ਝੱਟ ਪਛਾਣ ਹਟ ਜਾਂਦੇ ਆ, ਝੱਟ ਅਸੀਂ ਸੇਵਕ ਦੇ ਦੁਆਲੇ ਹੋ ਜਾਂਦੇ ਆ ਭਈ ਨਹੀਂ ਨਹੀਂ ਛੱਡੋ ਪਰਾਂ, ਇਹ ਗੱਲ ਮਤਲਬ ਸਾਡੇ ਕੰਮ ਦੀ ਨਹੀਂ ਹੁੰਦੀ, ਸਾਨੂੰ ਲਾਇਆ ਜਾਂਦਾ। ਮੇਰੇ ਅਜੀਜ਼ੋ, ਜਿਹੜਾ ਲਾਉਣ ਵਾਲਾ ਸੇਵਕ ਆ ਨਾ, ਉਹ ਵੀ ਪੂਰਾ ਨਹੀਂ, ਜੋ ਖਤਮ ਹੋ ਜਾਏਗਾ, ਮਰ ਜਾਏਗਾ। ਪਰ ਜਿਹੜਾ ਸੱਚਾਈ ਦੱਸਣ ਵਾਲਾ, ਉੱਤੋਂ ਨਜ਼ਰਾਂ ਖੁਦਾ ਦੀਆਂ ਨੇ ਔਰ ਇਹ ਸੱਚਾਈ ਦੱਸਣੀ ਬੜੀ ਜ਼ਰੂਰੀ ਜੇ। ਤੁਸੀਂ ਜੇ ਇਹਨੂੰ ਮੰਨਣਾ ਮੰਨ ਲਓ, ਨਹੀਂ ਮੰਨਣਾ ਤੇ ਤੁਹਾਡੀ ਮਰਜ਼ੀ ਹੈ, ਨਹੀਂ ਮੰਨਣਾ ਤੁਹਾਡੀ ਮਰਜ਼ੀ ਹੈ। ਪਰ ਇਹਨਾਂ ਦਿਨਾਂ ਦੇ ਅੰਦਰ, ਕਿਉਂਕਿ ਇਹ ਮੈਸੇਜ ਚੋਟੀ ਦਾ ਮੈਸੇਜ ਹੈ, ਇਹਦੇ ਤੋਂ ਉੱਤੇ ਹੋਰ ਕੁਝ ਵੀ ਨਹੀਂਗਾ। ਔਰ ਜੇ ਇਹਦੇ ਪ੍ਰਚਾਰਕ ਜਿਹੜੇ ਨੇ ਉਹ ਚੁੱਪ ਕਰ ਰਹੇ ਤੇ ਫਿਰ ਰਿਹਾਈ ਕਿੱਥੋਂ ਨਿਕਲੇਗੀ? ਫਿਰ ਰਿਹਾਈ ਕਿੱਥੋਂ ਨਿਕਲੇਗੀ? ਆਓ ਅਸੀਂ ਡੈਨੀਅਲ ਉਸ ਦਾ ਪਹਿਲਾ ਅਧਿਆਇ, ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਡੈਨੀਅਲ ਪਹਿਲਾ ਅਧਿਆਇ, ਅਸੀਂ ਹੋਰ ਵੀ ਅੱਗੇ ਚੱਲਾਂਗੇ ਜੀ। ਪਹਿਲਾ ਅਧਿਆਇ, ਪਹਿਲੀਆਂ 4 ਆਇਤਾਂ ਨੂੰ ਪੜੋ, ਖੁਦਾ ਬਰਕਤ ਦੇ। ਡੈਨੀਅਲ ਪਹਿਲਾ ਅਧਿਆਇ, ਪਹਿਲੀਆਂ 4 ਆਇਤਾਂ ਪੜਾਂਗੇ, ਖੁਦਾ ਬਰਕਤ ਦੇਵੇ। ਯਹੂਦਾ ਦੇ ਰਾਜਾ ਯਹੋਯਾਕੀਮ ਦੇ ਰਾਜ ਦੇ ਯਹੋਯਾਕੀਮ ਦੇ ਰਾਜ ਦੇ ਤੀਜੇ ਵਰੇ ਵਿੱਚ ਬਾਬਲ ਦੇ ਰਾਜਾ ਨਬੂਕਦਨੇਜ਼ਰ ਨੇ ਹਾਂਜੀ ਯਰੂਸ਼ਲਮ ਉੱਤੇ ਚੜ੍ਹਾਈ ਕਰਕੇ ਹਾਂਜੀ ਉਹਦੇ ਆਲੇ ਦੁਆਲੇ ਘੇਰਾ ਪਾਇਆ। ਹਾਂਜੀ ਪੜਾਂਗੇ। ਔਰ ਪ੍ਰਭੂ ਨੇ ਯਹੂਦਾ ਦੇ ਰਾਜਾ ਯਹੋਯਾਕੀਮ ਨੂੰ ਅਤੇ ਪਰਮੇਸ਼ਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹਦੇ ਹੱਥ ਵਿੱਚ ਕਰ ਦਿੱਤਾ ਅਤੇ ਉਹ ਉਹਨਾਂ ਸੁਨਿਆਰ ਦੀ ਧਰਤੀ ਵਿੱਚ ਆਪਣੇ ਦਿਉਤੇ ਦੇ ਘਰ ਵਿੱਚ ਲੈ ਗਿਆ ਅਤੇ ਉਹ ਭਾਂਡਿਆਂ ਨੂੰ ਆਪਣੇ ਦਿਉਤੇ ਦੇ ਭੰਡਾਰ ਵਿੱਚ ਲਿਆਇਆ। ਔਰ ਰਾਜੇ ਨੇ ਕੁਸਰਿਆਂ ਦੇ ਸਰਦਾਰ ਅਸਬਨਜ਼ ਨੂੰ ਹੁਕਮ ਕੀਤਾ ਕਿ ਉਹ ਇਸਰਾਏਲੀਆਂ ਵਿੱਚੋਂ ਅਤੇ ਰਾਜੇ ਦੀ ਅੰਸ਼ ਵਿੱਚੋਂ ਅਤੇ ਕੁਲੀਨਾਂ ਵਿੱਚੋਂ ਸਾਈ ਲੋਕਾਂ ਵਿੱਚੋਂ ਲੋਕਾਂ ਨੂੰ ਲਿਆ ਕੇ ਪੇਸ਼ ਕਰੇ। ਜਦੋਂ ਅਸੀਂ ਦੇਖਦੇ ਹਾਂ ਇਹ ਪੇਸ਼ ਹੋ ਗਏ ਤੇ ਇਹਨਾਂ ਨੂੰ ਆਖਿਆ ਗਿਆ ਜੀ ਤੁਹਾਨੂੰ ਪਾਤਸ਼ਾਹੀ ਭੋਜਨ ਖਵਾਇਆ ਜਾਏਗਾ, ਪਾਤਸ਼ਾਹੀ ਰਾਜੇ ਦਾ ਭੋਜਨ ਖਵਾਇਆ ਜਾਏਗਾ। ਰਾਜੇ ਦੇ ਹੁਣ ਭੋਜਨ ਵਿੱਚ ਸ਼ਰਾਬ ਵੀ, ਰਾਜੇ ਦੇ ਭੋਜਨ ਵਿੱਚ ਉਹ ਵੀ ਹੈਗੀਆਂ ਚੀਜ਼ਾਂ ਜਿਹੜੀਆਂ ਇਸਰਾਇਲ ਨੂੰ ਖਾਣ ਦੇ ਯੋਗ ਨਹੀਂ ਹਨ। ਉਹਨਾਂ ਆਖਿਆ ਜੀ ਇਸ ਤਰ੍ਹਾਂ ਕਰੋ, ਸਾਨੂੰ ਦਾਲ ਤੇ ਰੋਟੀ ਦੇ 10 ਦਿਨ ਸਾਨੂੰ ਪਰਤਾ ਕੇ ਵੇਖ ਲੋ। ਜੇ ਆ ਮਤਲਬ ਸ਼ਰਾਬ ਪੀਣ ਵਾਲਿਆਂ ਔਰ ਦੂਸਰਿਆਂ ਦੇ ਨਾਲੋਂ ਕਦੇ ਸਾਡਾ ਚਿਹਰਾ ਮਾੜਾ ਹੋ ਜਾਏ ਤੇ ਜੋ ਮਰਜ਼ੀ ਸਾਨੂੰ ਕਰ ਲਓ। 10ਵੇਂ ਦਿਨ ਤਾਲੀਆਂ ਵਜਾਵਾਂਗੇ, ਵਧੀਆ ਚਿਹਰੇ ਸਦਰ ਕਮੀਜ਼ ਕਬਦਨ ਗੋ ਦੇ ਵਧੀਆ ਚਿਹਰੇ ਨਿਕਲੇ ਔਰ ਉਹਨਾਂ ਨੂੰ ਛੋਟ ਦੇ ਦਿੱਤੀ ਗਈ ਕਿ ਜੋ ਕੁਝ ਇਹ ਖਾਣ ਇਹਨਾਂ ਦੀ ਮਰਜ਼ੀ ਆ, ਸਾਈ ਭੋਜਨ ਇਹਨਾਂ ਨੂੰ ਨਾ ਦਿੱਤਾ ਜਾਏ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਹੁਣ ਅਸੀਂ ਵੇਖਦੇ ਹਾਂ ਕਿ ਇਹਨਾਂ ਨੇ 2700 ਮੀਲ ਸਫ਼ਰ ਕੀਤਾ ਹੈ ਔਰ ਜੋ ਵੀ ਸੀ ਉਹ ਹੋਇਆ ਹੈ, ਪਰ ਇਹ ਖੁਦਾ ਦੀ ਕਿਰਪਾ ਦੇ ਥੱਲੇ ਰਹੇ। ਨਹੋਮੀਆਂ ਪੜ੍ਹ, ਨਹੋਮੀਆਂ ਜਿਸ ਰਾਹ ਦੇ ਉੱਤੇ ਨਹੋਮੀਆਂ ਚੱਲਿਆ, ਜਰਾ ਅਜਰਾ ਨਹੋਮੀਆਂ ਨੂੰ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ। ਅਜਰਾ ਪਹਿਲੇ ਆਉਂਦਾ ਹੈ, ਭਾਈ ਲੋਕੋ ਨਹੋਮੀਆਂ ਮਗਰੋਂ ਆਉਂਦਾ ਜੀ। ਨਹੋਮੀਆਂ ਪਹਿਲਾ ਅਧਿਆਇ
ਉਸ ਦੀਆਂ ਪਹਿਲੀਆਂ 3 ਆਇਤਾਂ ਨੂੰ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂ। ਨਹੋਮੀਆਂ ਹਲਕਨਿਆਹ ਦੇ ਪੁੱਤਰ ਨਹਾਮੀਆਂ ਦੀਆਂ ਗੱਲਾਂ। ਹਾਂਜੀ ਤਾਂ ਐਵੇਂ ਹੋਇਆ ਹਾਂਜੀ ਕਿ 20ਵੇਂ ਵਰੇ ਕਿਸਲੇਵ ਦੇ ਮਹੀਨੇ ਹਾਂਜੀ ਸ਼ੂਸ਼ਨ ਦੇ ਮਹਿਲ ਵਿੱਚ ਸਨ, ਹਾਂਜੀ ਅਤੇ ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦੀਆਂ ਵਿੱਚੋਂ ਹਨਾਨੀ ਤੇ ਯਹੂਦੀਆਂ ਵਿੱਚੋਂ ਕਈ ਮਨੁੱਖ ਮੇਰੇ ਕੋਲ ਆਏ। ਹਾਂਜੀ ਤਾਂ ਮੈਂ ਉਹਨਾਂ ਕੋਲੋਂ ਉਹਨਾਂ ਬਚਿਆ ਹੋਇਆਂ ਯਹੂਦੀਆਂ ਦੇ ਵਿਖੇ ਹਾਂਜੀ ਅਤੇ ਉਹਨਾਂ ਅਸੀਰਾਂ ਦੇ ਵਿਖੇ ਉਹਨਾਂ ਸ਼ੀਰਾਂ ਦੇ ਵਿਖੇ ਜਿਹੜੇ ਗੁਲਾਮ ਹੋ ਗਏ ਸਨ ਪੜਾਂਗੇ, ਜਿਹੜੇ ਰਹਿ ਗਏ ਸਨ ਜਿਹੜੇ ਉੱਥੇ ਯਰੂਸ਼ਲਮ ਤੇ ਰਹਿ ਗਏ ਸਨ। ਅਤੇ ਯਰੂਸ਼ਲਮ ਦੇ ਵਿਖੇ ਪੁੱਛਿਆ। ਹਾਂਜੀ ਤਾਂ ਉਹਨਾਂ ਮੈਨੂੰ ਆਖਿਆ, ਹਾਂਜੀ ਉਹ ਬਕੀਆ ਉਹ ਬਕੀਆ ਜਿਹੜਾ ਉੱਥੇ ਰਹਿ ਗਿਆ ਪੜਾਂਗੇ, ਜਿਹੜਾ ਉੱਤੇ ਸੂਬੇ ਵਿੱਚ ਅਸੀਰੀ ਵਿੱਚੋਂ ਬਚ ਰਿਹਾ ਸੀ, ਜਿਹੜਾ ਸੀਰੀ ਵਿੱਚੋਂ ਬਚ ਰਿਹਾ ਸੀ ਪੜਾਂਗੇ, ਵੱਡੀ ਦੁਰਦਸ਼ਾ ਵੱਡੀ ਦੁਰਦਸ਼ਾ ਦੇ ਵਿੱਚ ਅਤੇ ਨਿਰਾਦਰੀ ਵਿੱਚ ਤੇ ਨਿਰਾਦਰੀ ਵਿੱਚ ਨੇ ਪੜਾਂਗੇ। ਅਤੇ ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਹਨ ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਨੇ ਅਤੇ ਉਸਦੇ ਫਾਟਕ ਅੱਗ ਨਾਲ ਜਲੇ ਹੋਏ ਹਨ। ਅੱਗ ਨਾਲ ਜਲਾ ਦਿੱਤੇ ਗਏ ਨੇ ਪੜਾਂਗੇ। ਤਾਂ ਐਵੇਂ ਹੋਇਆ ਹਾਂਜੀ ਕਿ ਜਦ ਮੈਂ ਇਹ ਗੱਲਾਂ ਸੁਣੀਆਂ ਜਦ ਮੈਂ ਇਹ ਗੱਲਾਂ ਸੁਣੀਆਂ ਤਾਂ ਮੈਂ ਬੈਠ ਕੇ ਰੋਣ ਲੱਗ ਮੈਂ ਪਿਆ। ਬਹਿ ਕੇ ਉੱਥੇ ਹੀ ਰੋਣ ਲੱਗਾ। ਨਹੋਮੀਆਂ ਮੇਰੇ ਅਜੀਜ਼ੋ, ਨਹੋਮੀਆਂ ਜਿਹੜਾ ਹੈ ਉਹ ਪਾਤਸ਼ਾਹ ਨੂੰ ਮੈਂ ਦਾ ਪਿਆਲਾ ਦਿੰਦਾ ਸੀਗਾ। ਔਰ ਜਦੋਂ ਇਹ ਰੋ ਕੇ ਉੱਠਿਆ ਅਗਲੇ ਦਿਨ ਇਹ ਗਿਆ ਪਾਤਸ਼ਾਹ ਦੇ ਕੋਲ। ਪਾਤਸ਼ਾਹ ਨੇ ਕਿਹਾ, ਕੀ ਹੋਇਆ ਨਹੋਮੀਆਂ ਤੈਨੂੰ? ਨਹੋਮੀਆਂ ਤੈਨੂੰ ਕੀ ਹੋਇਆ? ਤੇਰੇ ਦਿਲ ਦਾ ਕੋਈ ਗੱਲ ਨਹੀਂ, ਤੇਰਾ ਦਿਲ ਖਰਾਬ ਹੋ ਗਿਆ। ਕੀ ਗੱਲ ਹੋਈ ਹੈ? ਤੂੰ ਉਦਾਸ ਕਿਉਂ? ਤੇਰਾ ਚਿਹਰਾ ਕਦੇ ਉਦਾਸ ਨਹੀਂ ਸੀ ਹੋਇਆ। ਹੇ ਪਾਤਸ਼ਾਹ, ਮੇਰੇ ਪਿਓ ਦਾਦਿਆਂ ਦੀਆਂ ਕਬਰਾਂ ਉਸ ਯਰੂਸ਼ਲਮ ਦੇ ਅੰਦਰ ਜਿੱਥੇ ਉਹ ਕਬਰਾਂ ਵਿੱਚ ਨੇ ਉਹ ਸਾਰਾ ਜਲ ਗਿਆ ਹੈ। ਉਹਦੇ ਫਾਟਕ ਜਲ ਗਏ ਨੇ। ਉੱਥੇ ਦੇ ਲੋਕਾਂ ਦਾ ਮੰਦਾ ਹਾਲ ਹੋ ਗਿਆ ਹੈ। ਮੈਂ ਕੀ ਕਰਾਂ? ਮੈਂ ਰੋਵਾਂ ਨਾ ਤੇ ਮੈਂ ਕੀ ਕਰਾਂ? ਯਾਦ ਰੱਖੋ ਪਾਤਸ਼ਾਹ ਨੇ ਕਿਹਾ, ਨਹੋਮੀਆਂ ਦੱਸ ਤੂੰ ਕਿੰਨੇ ਦਿਨਾਂ ਲਈ ਆਪਣੇ ਲੋਕਾਂ ਕੋਲ ਜਾਣਾ ਚਾਹੁੰਦਾ? ਉਹਨਾਂ ਨੇ ਵੇਲਾ ਠਹਿਰਾ ਲਿਆ। ਮੈਂ ਦੱਸਣਾ ਚਾਹੁੰਦਾ ਇਹ ਹਿਸਟਰੀਆਂ ਨੇ ਔਰ ਇਹਨਾਂ ਨੂੰ ਪੜੋ। ਜਿਹੜਾ ਬਾਈਬਲ ਨਹੀਂ ਪੜਦਾ ਉਹ ਫਿਰ ਕੁਝ ਵੀ ਨਹੀਂ ਕਰਦਾ। ਹਾਲੇਲੂਇਆ। ਇੱਕ ਸੇਵਕ ਨੂੰ ਬਾਈਬਲ ਬਹੁਤ ਪੜ੍ਹਨੀ ਜ਼ਰੂਰੀ ਹੈ। तो मैं दसना चाहता कि नहोमिया ਨੂੰ ਪਾਤਸ਼ਾਹ ਨੇ ਆਖਿਆ, ਨਹੋਮੀਆ मैं तेनों असल च यरूशलेम के इलाके का गवर्नर बना के कलांगा। हालेलुया। कोई तेरी जरूरत नहीं किसी दी तेरे वाल उंगली कर देने दी, तेन मैं एहो जिहा बना के कलांगा। गवर्नर की है? पिलातूस गवर्नर सी और यरूशलेम दे विच नहोमिया गवर्नर बन के आया है और इस करके उन्हें उजड़े हुए यरूशलेम नो फिर बनाया। खुदा बहुत बड़ी बरकत है। ऐ यरूशलेम तू खुदा सब का यरूशलेम तू खुदा
ਖੁਦਾਵੰਦ ਬਹੁਤ ਵੱਡੀ ਬਰਕਤ ਦੇਵੇ। ਮੈਂ ਇੱਕ ਗਲੀ ਦੇ ਵਿੱਚੋਂ ਦੀ ਜਾ ਰਿਹਾ ਸੀ, ਉਹ ਗਲੀ ਖੁੱਲੀ ਸੀ ਔਰ ਮੈਂ ਦਾਊਦ ਦਾ ਦਸਤਾਰਾ ਜਿਹੜਾ ਉਹਦਾ ਵਾਜਾ ਸੀ ਉਹਦਾ ਬੋਰਡ ਉੱਤੇ ਲੱਗਾ ਹੋਇਆ ਸੀ। ਮੈਂ ਛੇਤੀ ਨਾਲ ਪੜਿਆ, ਟੁੱਟੀ ਭੱਜੀ ਇੰਗਲਿਸ਼ ਵਿੱਚ। ਮੈਂ ਭੱਜ ਕੇ ਗਿਆ, ਮੈਂ ਕਿਹਾ ਦਾਊਦ ਦੀ ਕਬਰ ਇੱਥੇ ਹੀ ਹੈ। ਔਰ ਮੈਂ ਦੌੜ ਕੇ ਇੱਕ ਨਿੱਕੀ ਜਿਹੀ ਗਲੀ 'ਚ ਵੜਿਆ ਔਰ ਉਹ ਘਰ ਸੀਗਾ ਔਰ ਉੱਥੇ ਦਾਊਦ ਦੀ ਕਬਰ ਸੀ, ਏਡੀ ਉੱਚੀ ਕਬਰ। ਔਰ ਜਦੋਂ ਮੈਂ ਵੇਖ ਲਈ ਤੇ ਇੱਕ ਯਹੂਦੀ ਨੇ ਬੜੇ ਗੁੱਸੇ ਨਾਲ ਮੈਨੂੰ ਵੇਖਿਆ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਜੋ ਮੈਂ ਵੇਖਣ ਆਇਆ ਸੀ ਮੈਂ ਵੇਖ ਲਿਆ ਹੈ। ਐ ਯਰੂਸ਼ਲਮ ਤੂੰ ਖੁਦਾਵੰਦ ਦਾ ਸ਼ਹਿਰ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਹੁਣ ਅਸੀਂ ਨਹੋਮੀਆਂ ਨੂੰ ਵੇਖ ਰਹੇ ਹਾਂ ਔਰ ਨਹੋਮੀਆਂ ਰੋ ਪਿਆ। ਜਿਸ ਦਿਨ ਉਹਨੇ ਯਰੂਸ਼ਲਮ ਨੂੰ ਆਉਣਾ ਸੀ, ਉਹਨੇ ਪਾਤਸ਼ਾਹ ਨੂੰ ਆਖਿਆ, ਪਾਤਸ਼ਾਹ ਸਲਾਮਤ, ਇਹ ਯਰੂਸ਼ਲਮ ਲਈ ਪਰਵਾਨੇ ਲਿਖ ਕੇ ਮੈਨੂੰ ਦੇ ਦੇ। ਜਿੰਨੀ ਮੈਨੂੰ ਲੱਕੜ ਚਾਹੀਦੀ ਆ, ਜਿੰਨਾ ਸੋਨਾ ਚਾਹੀਦਾ, ਚਾਂਦੀ ਚਾਹੀਦੀ ਆ ਔਰ ਜੋ ਕੁਝ ਮੈਨੂੰ ਚਾਹੀਦਾ ਉਹ ਲਿਖ ਕੇ ਦੇ ਦੇ। ਔਰ ਉਹ ਦਰਿਆਓਂ ਪਾਰ, ਕਿਹੜਾ ਦਰਿਆ? ਇਹ ਦਰਿਆ ਜਿਹੜਾ ਜਰਦਨ ਹੈ, ਜਰਦਨ ਔਰ ਫਰਾਤ, ਨੀਲ ਨਦੀ ਤੋਂ ਲੈ ਕੇ ਦਰਿਆਏ ਫਰਾਤ ਤੱਕ ਇਸਰਾਇਲ ਦਾ ਇਲਾਕਾ ਹੈ, ਪਰ ਉਹਨਾਂ ਕੋਲੋਂ ਸਾਂਭਿਆ ਨਹੀਂ ਗਿਆ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਉਹਨੇ ਕਿਹਾ, ਨਹੋਮੀਆਂ, ਦਰਿਆਓਂ ਪਾਰ ਜਿੰਨਾ ਸੰਗਲਿਆ, ਤੇਰੇ ਨਾਲ ਮੈਂ ਸਿਪਾਹੀ ਘੱਲਦਾ ਹਾਂ ਔਰ ਜਿੰਨੀ ਤੈਨੂੰ ਜ਼ਰੂਰਤ ਹੋਵੇਗੀ ਉਹਨੇ ਨੂੰ ਟੋਬੀਆ ਨੂੰ ਔਰ ਸਾਰਿਆਂ ਨੂੰ ਲਿਖ ਕੇ ਘੱਲਿਆ। ਜੋ ਨਹੋਮੀਆਂ ਤੁਹਾਡੋਂ ਮੰਗੇ ਤੁਸੀਂ ਉਹਨੂੰ ਇਨਕਾਰ ਨਹੀਂ ਕਰਨਾ ਔਰ ਉਹਨੂੰ ਦੇਣਾ ਹੈ। ਔਰ ਮੇਰੇ ਅਜ਼ੀਜ਼ੋ, ਉਹਨਾਂ ਨੇ ਫਿਰ ਯਰੂਸ਼ਲਮ ਨੂੰ ਕੀ ਕਰ ਦਿੱਤਾ? ਖੜਾ ਕਰ ਦਿੱਤਾ। ਹਾਲੇਲੂਇਆ। ਔਰ ਕਿਹੜੇ ਰਾਹ ਦੇ ਉੱਤੇ ਨੇ? ਜਿਹੜਾ ਰਾਹ ਯਿਸੂ ਮਸੀਹ ਨੇ ਕਿਹਾ, ਰਸਤਾ, ਸੱਚਾਈ ਅਤੇ ਜੀਵਨ ਮੈਂ ਹਾਂ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਉਹ ਅਸੀਂ ਵੇਖਦੇ ਹਾਂ ਕਿ ਉਹ ਰਾਹ ਕਿਹੜਾ ਹੈ? ਆਓ ਜਰਾ ਵੇਖੀਏ। ਜਿਸ ਤਰ੍ਹਾਂ ਨਬੀ ਨੇ ਬਿਆਨ ਕੀਤਾ, ਜਰਾ ਕੂਚ 14:14 ਨੂੰ ਪੜਾਂਗੇ। ਕੂਚ 14:14 ਨੂੰ ਪੜਾਂਗੇ। ਕੂਚ 14:13-14 ਨੂੰ ਪੜਾਂਗੇ। ਪ੍ਰਭੂ ਬਹੁਤ ਵੱਡੀ ਕਿਰਪਾ ਦੇਵੇ। 2 ਆਇਤਾਂ ਨੇ, ਸਿਰਫ 2 ਆਇਤਾਂ ਪੜਾਂਗੇ। ਕੂਚ। ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ, ਖੜੇ ਰਹੋ ਅਤੇ ਯਹੋਵਾ ਦੇ ਬਚਾਓ ਨੂੰ ਵੇਖੋ। ਪੜਾਂਗੇ, ਜਿਹੜਾ ਅੱਜ ਦੇ ਦਿਨ ਉਹ ਤੁਹਾਡੇ ਲਈ ਕਰੇਗਾ। ਪੜਾਂਗੇ, ਕਿਉਂਕਿ ਜਿਹੜੇ ਮਿਸਰੀ ਤੁਸੀਂ ਅੱਜ ਵੇਖਦੇ ਜੇ, ਫੇਰ ਸਦਾ ਤੀਕਰ ਕਦੇ ਨਾ ਵੇਖੂਗੀ। ਯਹੋਵਾ ਤੁਹਾਡੇ ਲਈ ਜੰਗ ਕਰੇਗਾ। ਆਮੀਨ। ਖੁਦਾਵੰਦ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਪਾਕਿਸਤਾਨ ਦਾ ਇੱਕ ਇਲਾਕਾ ਜਿਸ ਨੂੰ ਰਾਵਲਪਿੰਡੀ ਆਖਿਆ ਜਾਂਦਾ ਹੈ ਔਰ ਇਸ ਇਲਾਕੇ ਦੇ ਅੰਦਰੋਂ ਬਹੁਤ ਸਾਰੇ ਗੀਤ ਉੱਠਦੇ ਨੇ ਔਰ ਤੁਹਾਡੇ ਕੰਨਾਂ ਤੱਕ ਵੀ ਆਉਂਦੇ ਨੇ। ਜੰਗ ਜਿਨ੍ਹਾਂ ਦੀ ਹੈ ਲੜਦਾ ਯਹੋਵਾ, ਉਹ ਜੰਗ ਕਦੇ ਨਹੀਂ ਹਾਰਦਾ। ਤੇ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਉਹਨਾਂ ਨੇ ਲਾਲ ਸਮੁੰਦਰ ਪਾਰ ਕੀਤਾ, ਕੀ ਸੀ ਇਹ? ਇੱਕ ਰਾਹ ਸੀਗਾ। ਹਾਲੇਲੂਇਆ। ਇੱਕ ਰਾਹ ਸੀ ਭੱਠੀ ਦੇ ਵਿੱਚੋਂ ਦੀ, ਇੱਕ ਰਾਹ ਸੀ ਬੱਬਰ ਸ਼ੇਰਾਂ ਦੇ ਵਿੱਚੋਂ ਦੀ, ਇੱਕ ਰਾਹ ਸੀ ਲਾਲ ਸਮੁੰਦਰ ਦੇ ਵਿੱਚੋਂ ਦੀ। ਤਾਲੀਆਂ ਵਜਾਵਾਂ। ਮੇਰੇ ਅਜ਼ੀਜ਼ੋ, ਇਹ ਕੋਈ ਸੌਖੇ ਰਾਹ ਨਹੀਂ ਸੀ, ਇਹ ਬੜੇ ਔਖੇ ਰਾਹ ਸੀ। तो मैं दसना चाहता कि यूहन्ना कूच 14:10 विच इस्राएलियां ने कहा, ए तू साडे नाल की कीता है? की साडे लई मिस्र विच कबरां नहीं सन? तू साडे नाल की कीता? तू सानू इस जाड़ विच
ਮਾਰਨ ਦੇ ਲਈ ਲੈ ਕੇ ਆਇਆ। ਔਰ ਜਦੋਂ ਉਹ ਗੱਲਾਂ ਕਰ ਰਹੇ ਸੀ, ਮੂਸਾ ਮੂੰਹ ਤੇ ਮੂੰਹ ਡਿੱਗਿਆ ਹੋਇਆ ਸੀ। ਖੁਦਾ ਦਾ ਸੇਵਕ ਮੂੰਹ ਤੇ ਮੂੰਹ ਡਿੱਗਿਆ ਹੋਇਆ ਸੀ। ਜਦ ਤੱਕ ਸੇਵਕੋ ਮੂੰਹ ਤੇ ਮੂੰਹ ਨਹੀਂ ਡਿੱਗੋਗੇ, ਤੁਹਾਡੀ ਸੇਵਕਾਈ ਅੱਗੇ ਬਾਤ नहीं सकेगी। अरे बड़ा जरूरी है। और नबी ने संदेश दिता, दुहाई क्यों देंदा, बोल। और ਅਸੀਂ ਦੇਖਦੇ ਹਾਂ ਜਦੋਂ मूसा उठ के बोलिया और नारियों ने टांगा खड़ा कर दिता, तालियां बजावांगे, लाल समुद्र दो हिस्से हो गया और ਉਹਦੇ ਵਿੱਚੋਂ ਦੀ ਰਸਤਾ ਮਿਲ ਗਿਆ ਹੈ। क्योंकि यीशु मसीह ने क्या, रास्ता सच्चाई अते जीवन मैं हां। कोई मेरे वसीले तो बिना उथे जा नहीं सकता। और जिथों उन्होंने शुरू किया, लाल समुद्र विच पैर रखिया, वो PI रोथ है। जो लाल समुद्र के विचों बाहर निकले, वो टाबा बार्डर है। और मैं टाबा बार्डर को अच्छी तरह देखा। मैं लाल समुद्र के पहली जून और 2012 पहली जून सवेरे सवेरे मैं अपना हैंडीकैम और दूसरा कैमरा लैके मैं लाल समुद्र के कंढे घूम रहा था। मैं कह रही सी, तू लाल समुद्र, तू जिसने इसराइल नूं रोकिया होया सी, इसराइल दे खुदा ने तेनू दो हिस्से करके रख दिया। और अजे भी वो मेरे मतलब कैमरे दे विच ने, अजे भी वो चीज़ां सब जिहड़ियां मैं इकट्ठियां करके लैके आया मेरे कोल ने। मेरा जी जो कन्ना ना सुनिया भुल सकदा, पर अखां नाल वेखिया होया भुल नहीं सकदा। इस करके वो एक रस्ता सी जिहदे विचों दी वो लंघे। और जो टाबा बार्डर के उत्ते आके खलोगे, जिथे इसराइल दे लई वादा कीता होया देश सी। हालेलुया। उत्थे उन्होंने गाया है, उत्थे उन्होंने क्या है और की गाया है, या रब तू मेरी पनाह है, सो तू है मेरी जान। खुदावंद दे विच रहिंदी है, सो तेरा है मकान। 3400 साल इस जबूर नूं गाउंदिया होया है। ये मरियम ने गाया है, ये मूसा ने गाया है, ये हारून ने गाया है और ये इस्राइल ने गाया है, जदों वो अपने रस्ते दे विचों दी पार लंघ गए। क्योंकि लिखिया है, स्वर्ग नूं कोई नहीं चढ़िया, पर वो जिहड़ा स्वर्ग तों उतरिया, अर्थात मनुख दा पुत्र। वो उजाड़ बियाबान नूं मैं सिनाई नूं अपनी अखां नाल देखिया। मेरे अजीजों, कोई रुख है नहींगा, बस पहाड़ ने और रेता है। और उथे खुदा सवेर नूं बदल दा छाया बनदा सी, रात नूं अग दा खंभा बनदा सी, क्योंकि उन्हां नूं रस्ते थाणी लैके जा रहा है। ये रास्ता सौखा नहीं है, बड़ा औखा है, पर जिहड़ा जाएगा इस रास्ते थाणी वो स्वर्ग विच चला जाएगा। खुदावंद तुहानूं बहुत वड्डी बरकत होवे। क्या है यीशु मसीह ने रास्ता, सच्चाई अते जीवन है। अज वो आउण वाला है और मैं तुहानूं आयतां नहीं पढ़ाउंदा, पर मैं तुहानूं दसना चाहुंदा, पहला थिस्सलुनीकियां 4:16 च लिखिया, प्रभु आप ललकार नाल, महादूत दी आवाज़ नाल, परमेश्वर दी तुरी नाल स्वर्ग तो उतरेगा अते जिहड़े मसीह विच हो के मोए हन वो पहलां जी उठणगे। तद असीं जिहड़े जिउंदे अते बाकी रहिंदे हां, असीं प्रभु दे मिलनों अचानक बदलां उत्ते उठाए जावांगे अते असीं सदा प्रभु दे संग रहांगे। और थले लाइन खिंच के पौलुस कहंदा, इन्हां गल्लां नाल एक दूजे नूं तसल्ली लिया करो। मेरे अजीजों, मैं इन्हां गल्लां नाल तुहानूं तसल्ली दित्ती है, तुहानूं दस्सिया है कि खुदा दा वचन किस तरह सानूं
ਪਾਸ ਚਲੇ ਜਾਣਗੇ। ਔਰ ਯਾਦ ਰੱਖੋ, ਸਾਨੂੰ ਤੁਕ ਚੱਲ ਕੇ ਇਸ ਰਸਤੇ ਦੇ ਉੱਤੇ ਜਾਣਾ ਚਾਹੀਦਾ ਹੈ। ਆਓ ਅਸੀਂ ਅੱਖਾਂ ਨੂੰ ਬੰਦ ਕਰਾਂਗੇ। ਗਾਵਨ ਤੋਂ हालेलुया हालेलुया। आओ सब हाथ उठा के आइए।